ਬਿਲਾਵਲ ਮਹਿਲਾ ਪਹਿਲਾ। ਮਨ ਮੰਦਰ ਤਨ ਬੇਸ ਕਲੰਦਰ, ਕਟਹੀ ਤੀਰਥ ਨਾਵਾ। ਮਨ ਮੰਦਰ ਤਨ ਬੇਸ ਕਲੰਦਰ, ਕਟਹੀ ਤੀਰਥ ਨਾਵਾ। ਏਕੋ ਸ਼ਬਦ मेरा प्राण बसत है, बहुड़ जन्म न आवा। मन विद्या दयाल सेती, मन विद्या दयाल सेती, मेरी माई कौन जाने पीर पराई। रहाओ अगम अगोचर अलख अपारा, चिंता करो हमारी। जल थल महियल भरपुर लीना, कट कट जोत तुम्हारी। सिख मत सब बुध तुम्हारी, सिख मत सब बुध तुम्हारी। मंदर छावा तेरे, तुद बिनो अबर न जाना मेरे साहिबा। गुण गावा नित तेरे, जी जंत सब शरण तुम्हारी। सर्व चिंत तुद पासे, जो तुद पावै सोई चंगा। एक नानक की अरदासे, जो तुद पावै सोई चंगा। एक नानक की अरदासे। शब्द गुरु साहिब श्री गुरु ग्रंथ साहिब महाराज सच्चे पातशाह जी दी पावन पवित्र हजूरी दे विच सुभाईमान गुरु प्यारिओ, आप सब वडभागी हो। आओ आपस विच मिल के सतसंगत करन दा यतन करिए। सतसंगत करन तो पहला आपस विच गुरफतेह दी सांझ पाउणी, प्रेम प्यार सत्कार विच भिज के बोलना जी। आखियो वाहिगुरु जी का खालसा वाहिगुरु जी की फतेह।
ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਬਿਲਾਵਲ ਰਾਗ ਦੇ ਵਿੱਚ ਆਪਣੇ ਵੱਲੋਂ ਬੜੇ ਪਿਆਰ ਵਿੱਚ ਭਿੱਜ ਕੇ ਤੇ ਬੜੀ ਸੋਹਣੀ ਤਰਤੀਬ ਦੇ ਅਨੁਸਾਰ ਇੱਕ ਸ਼ਬਦ ਦੀ ਵਿਚਾਰ ਸ਼ਬਦ ਸਾਡੀ ਝੋਲੀ ਚ ਪਾਇਆ, ਡਿੱਗਣ ਨਹੀਂ ਦੇਣਾ, ਕੈਚ ਕਰਨਾ, ਗੁਰੂ ਦੀ ਇੱਕ ਇੱਕ ਬੋਲ ਨੂੰ ਆਪਣੇ ਵੱਲੋਂ ਕੈਚ ਕਰਨ ਦਾ ਯਤਨ ਕਰਨਾ। ਖਿਡਾਰੀ ਕ੍ਰਿਕਟ ਦਾ ਉਹੀ ਚੰਗਾ ਮੰਨਿਆ ਜਾਂਦਾ ਜਿਹੜਾ ਕਿ ਆਊਟ ਵੀ ਨਹੀਂ ਹੋ ਰਿਹਾ, ਬੱਲੇਬਾਜ਼ ਵੱਲੋਂ ਸੁੱਟੀਆਂ ਹੋਈਆਂ ਗੇਂਦਾਂ ਨੂੰ ਕੈਚ ਵੀ ਕਰਦਾ, ਤੇਜ਼ੀ ਵੀ ਦਿਖਾ ਰਿਹਾ, ਫੁਰਤੀ ਵੀ ਦਿਖਾ ਰਿਹਾ ਹੈਗਾ, ਉਹ ਪਾਸ ਆ। ਉਹ ਬੱਲੇਬਾਜ਼ ਕੌਣ ਹੈ? ਗੁਰੂ। ਤੇਜ ਕੌਣ ਹੈ? ਗੁਰੂ। ਤੇ ਜਿਹੜਾ ਗੁਰੂ ਸਾਨੂੰ ਰੋਜ਼ ਗਿਆਨ ਦੀਆਂ ਬੋਲਾਂ ਸੁੱਟਦਾ, ਉਹਦੇ ਤੋਂ ਅਸੀਂ ਹਾਰਨਾ ਨਹੀਂ ਹੈ। ਤੇ ਬੋਲਾਂ ਸੁੱਟਣ ਵਾਲੇ ਦਾ ਤਰੀਕਾ ਬੱਲੇਬਾਜ਼ ਦਾ ਕਿਹੋ ਜਿਹਾ ਹੁੰਦਾ ਗਾ? ਅੜਬ, ਮੇਰੀ ਭੇਜੀ ਹੋਈ ਖਿਡਾਰੀਆਂ ਦੇ ਵਿੱਚ ਬੋਲ ਨੂੰ ਕੋਈ ਬੁੱਝ ਨਾ ਸਕੇ, ਕੋਈ ਰੋਕ ਨਾ ਸਕੇ, ਇਸ ਤਰ੍ਹਾਂ ਦੀ ਭਾਵਨਾ ਵਿੱਚ ਖੇਡਦਾ। ਇਹੀ ਭਾਵਨਾ ਉਹ ਪਰਮਾਤਮਾ ਦੀ ਆ, ਅੱਲਾ ਦੀ, ਖੁਦਾ ਦੀ, ਉਸ ਗੋਡ ਦੀ, ਪਰਮੇਸ਼ਰ ਪਰਮਾਤਮਾ ਦੀ। ਉਹ ਗਿਆਨ ਦੀਆਂ ਬੋਲਾਂ ਸੁੱਟਦਾ, ਅਸੀਂ ਬੁੱਚਣੀਆਂ ਨੇ। ਜਦੋਂ ਅਸੀਂ ਗੁਰੂ ਨੂੰ ਪੁੱਛਣਾ ਕੀਤਾ ਨਾ ਵੀ ਸੱਚੇ ਪਾਤਸ਼ਾਹ, ਜਿਹੜੀ ਤੁਸੀਂ ਗਿਆਨ ਦੀ ਦਾਤ ਸਾਡੀ ਝੋਲੀ ਵਿੱਚ ਪਾਉਨੇ ਹੋ, ਮੇਰੇ ਹੱਥ ਝੋਲੀ ਅਜਿਹੀ ਬਣਾ ਦੇਵੋ ਇਹ ਬੋਲ ਬਾਹਰ ਨਾ ਜਾਵੇ, ਮੈਂ ਆਊਟ ਵੀ ਨਾ ਹੋਵਾਂ ਤੇ ਬੋਲ ਨੂੰ ਬੁੱਚ ਵੀ ਲਵਾਂ। ਨਹੀਂ, ਸਾਡਾ ਜੀਵਨ ਆ ਜਿਹੜਾ ਉਹ ਕਿਹੋ ਜਿਹਾ ਸੱਚ ਕਰਕੇ ਜਾਣੂ। ਮੈਂ ਆਪਣੇ ਤੇ ਗੱਲ ਲਾਉਣਾ, ਗੁਰੂ ਗਿਆਨ ਦੀ ਬੋਲ, ਗਿਆਨ ਦੀ ਖੇਡ ਖੇਡ ਰਿਹਾ ਤੇ ਸਾਡੇ ਕੰਨਾਂ ਦੇ ਆਸੇ ਪਾਸੇ ਦੀ ਗਿਆਨ ਦੀਆਂ ਬੋਲਾਂ ਨਿਕਲ ਜਾਂਦੀਆਂ ਨੇ। ਸੋ ਵਾਹਿਗੁਰੂ ਭਲਾ ਕਰੇ। ਅੱਜ ਗੁਰੂ ਨਾਨਕ ਸਾਹਿਬ ਨੇ ਜ਼ਿਕਰ ਕੀਤਾ ਗਾ ਜਿਹੜੇ ਸ਼ਬਦ ਆ, ਇਹਦੇ ਵਿੱਚ ਬੜੀ ਕਿਰਪਾ ਕੀਤੀ ਆ। ਬਿਲਾਵਲ ਮਹੱਲਾ ਪਹਿਲਾ। ਆਰੰਭ ਵਾਲੀਆਂ ਗੁਰਬਾਣੀ ਦੀਆਂ ਤੁਕਾਂ ਦੇ ਅੰਦਰ ਗੁਰੂ ਸਾਹਿਬ ਨੇ ਜ਼ਿਕਰ ਕੀਤਾ, ਮਨ ਮੰਦਰ ਤਨ ਬੇਸ ਕਲੰਦਰ। ਇਹ ਸ਼ਬਦ ਬੜੇ ਵਾਰੀ ਪੜਿਆ ਤੁਸੀਂ। ਮਨ ਮੰਦਰ ਤਨ ਬੇਸ ਕਲੰਦਰ। ਹੁਣ ਪੜਿਆ ਬਹੁਤ ਵਾਰੀ ਸੀ, ਪਰ ਪੜ ਕੇ ਪਤਾ ਨਹੀਂ ਲੱਗਿਆ ਵੀ ਕੀ ਹੋ ਗਿਆ। ਘਟ ਹੀ ਤੀਰਥ ਨਾਵਾਂ, ਘਟ ਹੀ ਤੀਰਥ ਨਾਵਾਂ। ਏਕ ਸ਼ਬਦ ਮੇਰਾ ਪ੍ਰਾਨ ਬਸਤ ਹੈ, ਬਹੁੜ ਜਨਮ ਨਾ ਆਵਾਂ। ਇੱਕੋ ਹੀ ਸ਼ਬਦ। ਸੋ ਵਾਹਿਗੁਰੂ ਭਲਾ ਕਰੇ। ਪ੍ਰਸ਼ਾਦਾ ਮਨੁੱਖ ਉਨਾ ਹੀ ਛਕਦਾ ਜਿੰਨੀ ਲੋੜ ਆ। ਫਿਰ ਮੈਂ ਦੁਬਾਰਾ ਕਹਿਣ ਲੱਗਾ, ਪ੍ਰਸ਼ਾਦਾ ਭੋਜਨ ਉਨਾ ਹੀ ਛਕਦੇ ਆਪਾਂ ਜਿੰਨੀ ਜ਼ਰੂਰਤ ਆ। ਜ਼ਰੂਰਤ ਤੋਂ ਵੱਧ ਭੋਜਨ ਛਕਾਂਗੇ ਤਾਂ ਗੜਬੜ ਹੋਊਗੀ ਹੀ ਹੋਊਗੀ, ਡਾਕਟਰ ਕੋਲ ਜਾਣਾ ਹੀ ਪਊਗਾ। ਮੇਰੇ ਕਹਿਣ ਤੋਂ ਭਾਵ ਗੁਰਬਾਣੀ ਭੋਜਨ ਇੱਕ, ਜਿੰਨਾ ਛਕ ਲਾਂਗੇ ਉਨਾ ਹੀ ਥੋੜਾ। ਪਰ ਗੁਰੂ ਕੁਝ ਸੀਮਤ ਗਿਆਨ ਸਾਡੀ ਝੋਲੀ 'ਚ ਪਾਉਂਦਾ ਰੋਜ਼। ਇਹ ਕਹਿੰਦਾ ਰੋਜ਼ ਭੋਜਨ ਛਕੀ ਚੱਲ, ਚੰਗਾ ਰਹੇਗਾ। ਇੱਕੇ ਦਿਨ ਤੂੰ ਨਾ ਹੀ ਛਕ ਸਕੇ, ਛਕ ਲੇਗਾ ਬਾਹਲਾ, ਫਿਰ ਗੜਬੜ ਹੋ ਜੂ। ਗੜਬੜ ਕੀ ਹੋ ਜੂ? ਮਨੁੱਖੀ ਜੀਵਨ ਦੇ ਵਿੱਚ ਹੰਕਾਰ ਪੈਦਾ ਹੋ ਜੂ।
गड़बड़ हो जू। गड़बड़ की होनी है कि ज्यादा भोजन छकण वाला 100 खंड पाठ करना, सहज पाठ, संपट पाठ, ਵੱਖੋ ਵੱਖਰੇ ਬਾਬਿਆਂ ਵੱਲੋਂ ਦਿੱਤੇ ਹੋਏ ਤਰੀਕਿਆਂ ਮੁਤਾਬਕ ਬਾਣੀ ਪੜ੍ਹਨੀ। ਫਿਰ ਉਹਦੇ ਪਰਥਾਏ ਤਾਂ ਗੁਰੂ ਕਹਿੰਦਾ ਕਿਆ ਪੜ੍ਹੀਐ ਕਿਆ ਗੁਣੀਐ, ਕਿਆ ਵੇਦ ਪੁਰਾਨਾ ਸੁਣੀਐ, ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ। ਸੀਮਤ ਭੋਜਨ ਛਕਿਆ ਬੰਦੇ ਨੂੰ ਆਰਾਮ ਆਉਂਦਾ, ਬੰਦਾ ਵਿਸਰਾਮ ਦੀ ਅਵਸਥਾ ਵਿੱਚ ਚਲਾ ਜਾਂਦਾ, ਜਿਹਨੂੰ ਆਪਾਂ ਕਹਿੰਦੇ ਆ ਨੀਂਦ ਆ ਗਈ। ਜ਼ਿਆਦਾ ਛਕ ਲਿਆ ਫਿਰ ਕੀ ਹੋ ਜਾਂਦਾ ਪਤਾ ਹੀ ਆਪਾਂ ਨੂੰ, ਬਸ ਬੰਦਾ ਮੇਲਦਾ, ਚਾਰ ਚੁਫੇਰੇ ਲਿਟਦਾ, ਔਖਾ ਹੁੰਦਾ ਹਨਾ। ਕਈ ਵਾਰ ਤਾਂ ਦਵਾਈ ਵੀ ਲੈਣੀ ਪੈਂਦੀ ਜ਼ਿਆਦਾ ਭੋਜਨ ਛਕਿਆ। ਹੁਣ ਮੰਨ ਲਓ ਵੀ ਗੁਰਦੇਵ ਪਾਤਸ਼ਾਹ ਨੇ ਇੱਥੇ ਭੋਜਨ ਦੀ ਗੱਲ ਕੀਤੀ ਵੀ ਗੁਰਬਾਣੀ ਗਿਆਨ ਰੂਪੀ ਭੋਜਨ ਛਕੇਗਾ ਨਾ ਚੰਗਾ ਰਹੇਗਾ। ਛਕਣਾ ਕਿਵੇਂ ਆ? ਰੋਜ਼ ਛਕੀ, ਸੀਮਤ ਛਕੀ ਚੱਲੀ, ਨਾਲ ਦੀ ਨਾਲ ਹਜਮ ਕਰੇ ਚੱਲੀ। ਜ਼ਿਆਦਾ ਛਕ ਲਿਆ ਉਹਨੇ ਤੈਨੂੰ ਟਿਕਣ ਨਹੀਂ ਦੇਣਾ। ਪੜ੍ਹੇ ਸੁਣੇ ਕਿਆ ਹੋਈ, ਸਰੀਰ ਕਰਕੇ ਭੋਜਨ ਜ਼ਿਆਦਾ ਖਾਧਾ ਉਹਨੇ ਟਿਕਣ ਨਹੀਂ ਦਿੱਤਾ। ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ। ਗਿਆਨ ਪ੍ਰਾਪਤ ਤਾਂ ਕੀਤਾ ਸੀ, ਬਾਣੀ ਪੜ੍ਹੀ ਤਾਂ ਸੀ, ਪਰ ਸਹਿਜ ਟਕਾ ਨਹੀਂ ਬਣ ਸਕਿਆ। ਬਾਹਰੀ ਤੌਰ ਤੇ ਸਹਿਜ ਟਕਾ ਦੀ ਗੱਲ ਨਹੀਂ, ਅੰਦਰੋਂ ਟਿਕ ਨਹੀਂ ਸਕੇ, ਭਟਕਣਾ ਉਹਨੂੰ ਹੀ ਆ। ਆਪਾਂ ਕੱਲ ਸੁਣਿਆ ਸੀ ਨਾ, ਗੁਰੂ ਸਾਹਿਬ ਕਹਿੰਦੇ 3 ਕਿਸਮ ਦੇ ਕੁੱਤੇ ਨੇ ਭਾਈ। ਇੱਕ ਤਾਂ ਅਵਾਰਾ ਕੁੱਤਾ, ਥਾਂ ਥਾਂ ਤੇ ਭਟਕਣ ਵਾਲਾ। ਇੱਕ ਭੈੜਾ ਬਹੁਤਾ ਕੁੱਤਾ, ਬਹੁਤ ਜ਼ਿਆਦਾ ਭੈੜਾ, ਪਰ ਮਾਲਕ ਨੂੰ ਵਿਸ਼ਵਾਸ ਆ। ਮਾਲਕ ਕਹਿੰਦਾ ਵੀ ਇਹ ਕੁੱਤਾ ਬਹੁਤ ਭੈੜਾ ਗਾ ਤੇ ਮੇਰੇ ਘਰ ਤਾਂ ਕਿਸੇ ਨੂੰ ਖੰਘਣ ਨਹੀਂ ਦਿੰਦਾ। ਪਰ ਚੋਰ ਆਏ, ਕੁੱਤੇ ਨੂੰ ਕੁਝ ਲਾਲਚ ਦਿੱਤਾ, ਕੁੱਤਾ ਖੂੰਜੇ ਚਲਾ ਗਿਆ ਤੇ ਚੋਰ ਚੋਰੀ ਕਰਕੇ ਮੁੜ ਗਏ। ਗੁਰੂ ਸਾਹਿਬ ਕਹਿੰਦੇ ਆ ਵੀ ਅਣਫਿੱਟ ਹੈਗਾ, ਇਹ ਵੀ ਨਹੀਂ ਫਿੱਟ ਹੈ, ਚੰਗਾ ਨਹੀਂ ਹੈ, ਇਹ ਵਫਾਦਾਰ ਨਹੀਂ ਹੈ। ਇੱਕ ਚੁੱਪ ਗੜੁੱਪ ਜੇ ਫਿਰਦਾ ਗਾ, ਨਿਗਾਹ ਚਾਰ ਚੁਫੇਰੇ ਰੱਖਦਾ, ਕੋਈ ਵੀ ਕਿਸੇ ਪਾਸਿਓਂ ਆਉਂਦਾ, ਬਿਨਾਂ ਗੱਲ ਤੋਂ ਭੌਂਕਦਾ ਨਹੀਂ, ਬਿਨਾਂ ਗੱਲ ਤੋਂ ਵੱਢਦਾ ਨਹੀਂ। ਜੇ ਕੋਈ ਬੰਦਾ ਸੰਨ ਲਾਉਂਦਾ, ਭੌਂਕਦਾ ਵੀ ਆ ਤੇ ਵੱਢਦਾ ਵੀ ਆ, ਆਪਣੇ ਮਾਲਕ ਨੂੰ ਜਗਾ ਵੀ ਦਿੰਦਾ। ਗੁਰੂ ਸਾਹਿਬ ਕਹਿੰਦੇ ਆਹ ਕੁੱਤਾ ਚੰਗਾ ਗਾ। ਹੁਣ ਇੱਥੇ ਭੋਜਨ ਛਕਣਾ, ਪਰ ਐਵੇਂ ਨਹੀਂ ਜਿਵੇਂ ਦੁਨੀਆ ਕਰਦੀ ਆ, ਐਵੇਂ ਛਕਣਾ ਜਿਵੇਂ ਗੁਰੂ ਕਹਿੰਦਾ। ਖਾਵੇ ਖਰਚੈ ਰਲ ਮੇਰੇ ਭਾਈ, ਟੂਟ ਨਾ ਬੈ ਵਾਧੋ ਜਾਈ। ਸੀਮਤ ਦਾਇਰੇ 'ਚ ਰਹੇਗਾ, ਰੋਜ਼ ਰੋਜ਼ ਦੀ ਭਾਵਨਾ 'ਚ ਰਹੇਗਾ, ਥੱਕੇਗਾ ਨਹੀਂ, ਅੱਕੇਗਾ ਨਹੀਂ, ਅੰਦਰ ਚੁਸਤੀ ਫੁਰਤੀ, ਦਿਮਾਗ ਤਰੋ ਤਾਜ ਰਹੇਗਾ। ਰੋਜ਼ ਭੋਜਨ ਛਕ, ਰੋਜ਼ ਨਿੱਤ ਵੱਡੀ ਆ, ਭਾਵੇਂ ਥੋੜਾ ਹੀ ਕਰ ਲਾ। ਚਲੋ ਕਹਿਣ ਤੋਂ ਭਾਵ ਮਨ ਮੰਦਰ ਤਨ ਵੇਸ ਕਲੰਦਰ ਵਾਲੀ ਪੰਕਤੀ ਆਪਾਂ ਵਿਚਾਰਨੀ। ਰਹਾਉ ਦਾ ਬੰਦ ਪਹਿਲਾਂ ਵਿਚਾਰਨਾ, ਘਟ ਹੀ ਤੀਰਥ ਨਹਾਵਾਂ। ਫਿਰ ਅੱਗੇ ਰਹਾਉ ਦੇ ਬੰਦ 'ਚ ਲਿਖਿਆ ਏਕ ਵਸਤ ਮੇਰਾ ਪ੍ਰਾਨ ਵਸਤ ਹੈ। ਕੀ ਕਹਿੰਦੇ ਗੁਰੂ ਸਾਹਿਬ ਜੀ? ਕਹਿੰਦੇ ਮਨ ਵੇਧਿਆ ਦਇਆਲ ਸੇਤੀ ਮੇਰੀ ਮਾਈ, ਕੌਣ ਜਾਣੈ ਪੀਰ ਪਰਾਈ। ਰਹਾਉ ਹਮ ਨਾਹੀ ਚਿੰਤ ਪਰਾਹੀ, ਉਹ ਸ਼ਬਦ ਅੱਗੇ ਆ ਗਿਆ। ਕੌਣ ਜਾਣੈ ਪੀਰ ਪਰਾਈ। ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਨਾ, ਮਨ ਵੇਧਿਆ, ਕਹਿੰਦੇ ਮੇਰਾ ਮਨ ਬਿੰਨਿਆ ਗਿਆ। ਬਿੰਨਿਆ ਗਿਆ ਤੋਂ ਭਾਵ ਗਿੱਝ ਜਾਣਾ। ਇੱਕ ਗੱਲ ਥੋੜੀ ਜਿਹੀ ਧਿਆਨ ਦਿਓ, ਇੱਥੇ ਇਹ ਨਹੀਂ ਜ਼ਿਕਰ ਕਿਹਾ ਵੀ ਮੇਰਾ ਤਨ ਗਿੱਝ ਗਿਆ। ਇੱਥੇ ਪਹਿਲੇ ਪਾਤਸ਼ਾਹ ਕਹਿੰਦੇ ਮੇਰਾ ਨਾ ਮਨ ਗਿੱਝ ਗਿਆ। ਮਨ ਬਿੰਨਿਆ ਗਿਆ, ਮਨ ਗਿੱਝ ਗਿਆ, ਮਨ ਨੂੰ ਆਦਤ ਬਣ ਗਈ। ਹੁਣ ਚੁਗਲੀਆਂ ਕਰਨ ਦੀ ਮਨ ਨੂੰ ਹੀ ਆਦਤ ਆ, ਚੋਰੀ ਕਰਨ ਦੀ ਆਦਤ ਮਨ ਨੂੰ ਹੀ ਆ, ਗੱਪ ਛੱਪ ਕਰਨ ਦੀ ਆਦਤ ਮਨ ਨੂੰ ਹੀ ਆ, ਬੁਰਾ ਬੋਲਣਾ ਬੁਰਾ ਸੁਣਨਾ ਆਦਤ ਮਨ ਦੀ ਆ। ਤਨ ਤਾਂ ਮਨ ਦਾ ਆਗਿਆਕਾਰੀ ਆ। ਜਿੱਧਰ ਨੂੰ ਮਨ ਡਰਾਈਵਰ ਕਹੇਗਾ ਨਾ, ਗੱਡੀ ਨੂੰ ਲਿਜਾਵੇਗਾ, ਤਨ ਰੂਪੀ ਗੱਡੀ ਤਾਂ ਉਧਰ ਹੀ ਵਗ ਜਾਊ। ਇੱਥੇ ਲਿਖਿਆ ਮਨ ਵੇਧਿਆ, ਮੇਰਾ ਮਨ ਗਿੱਝ ਗਿਆ। ਤੇ ਕਾਸ਼ ਆਪਾਂ ਵੀ ਬੇਨਤੀ ਕਰੀਏ ਉਸ ਵਾਹਿਗੁਰੂ ਅੱਗੇ, ਸਾਡਾ ਵੀ ਮਨ ਗਿੱਝ ਜਾਵੇ, ਸਾਡੇ ਮਨ ਦੀ ਆਦਤ ਬਣ ਜਾਵੇ। ਸਰੀਰ ਦੀ ਆਦਤ ਤਾਂ ਕੱਚੀ ਆ, ਮਨ ਦੀ ਆਦਤ ਪੱਕੀ ਆ। ਆਪਾਂ ਕਹੀਏ ਸ਼ਰਾਬ ਛੱਡ ਦੇ, ਅੰਮ੍ਰਿਤ ਛਕ ਲਾ, ਬੰਦਾ ਕਹਿੰਦਾ ਮੇਰਾ ਮਨ ਨਹੀਂ ਮੰਨਦਾ।
ਇਹ ਨਹੀਂ ਕਿਹਾ ਵੀ ਤਨ ਨਹੀਂ ਮੰਨਦਾ। मतलब शराब भावें शरीर पींदा पर आदत मन दी है। शराब की बोतल तक तन नूं मन लेके जांदा गा। फिर गुरु साहब कहते तन नूं पासे करके ना मन नूं गुरु कोल गजाला, इहनूं गजाला भाई, लालच दे के गजाला, प्यार नाल गजाला, थप्पड़ मार के गजाला, वो अपनी मर्जी है। मन वेद्या फिर की लिखिया गा, दयाल सेती मेरी माई, हे रब रूपी मेरी मां, तेरे चरणा दे विच ना मेरा मन गिज गया। दयाल सेती, हे दयालु, हे कृपालु दतार जीओ, मेरा मन गिज गया। मेरी माई, मेरी मां परमात्मा। कौन जाने पीर पराई, पीर दर्द, पीड़, पराई तो भाव ਜਿਹੜੇ भी शरीर ਵਿੱਚ दर्द उठदा ना, सूल उठदा गा, भाव कोई भी शरीर दुखी हुंदा गा, ਉਹ दुखी शरीर ਦੀ हिस्टरी कहानी ਉਹ शरीर ਦੇ ਵਿੱਚ ਬੈਠਾ ਮਨ ਹੀ ਜਾਣਦਾ ਵੀ ਕਿੰਨਾ ਕੁ ਦੁਖੀ ਹੈ। ਦੂਜਿਆਂ ਦੇ ਘਰ ਲੱਗੀ ਅੱਗ ਗੁਆਂਢੀਆਂ ਨੂੰ ਕੀ ਦਿੰਦੀ ਹੈ, ਕਹਿੰਦੇ ਬਸੰਤਰ ਦੇਵਤਾ ਪ੍ਰਗਟ ਹੋ ਗਿਆ। ਜੇ ਉਹੀ ਬਸੰਤਰ ਦੇਵਤਾ, ਜਿਹੜਾ ਬਸੰਤਰ ਦੇਵਤੇ ਨੂੰ ਦੇਵਤਾ ਕਹਿ ਰਿਹਾ ਹੈ, ਉਹਦੇ ਘਰੇ ਅੱਗ ਲੱਗ ਜੇ ਫੇਰ ਦੇਵਤਾ ਨਹੀਂ। ਫਿਰ ਉਹ ਕਹਿੰਦਾ ਲੋਕੋ ਆਓ ਮੇਰੇ ਨਾਲ ਹੁਣ ਅੱਗ ਬੁਝਵਾਓ, ਹੁਣ ਦੇਵਤਾ ਨਹੀਂ ਹੁਣ ਅੱਗ ਆ। ਪਰ ਦੂਜੇ ਦੀ ਪੀੜ ਕੋਈ ਸਮਝ ਨਹੀਂ ਸਕਦਾ। ਜਿਹੜੀ ਗੱਲ ਇੱਥੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਆ ਨਾ, ਪਰਮਾਤਮਾ ਤੋਂ ਬਿਨਾ ਕੋਈ ਹੋਰ ਕਿਸੇ ਦੂਜੇ ਦਾ ਦੁੱਖ ਦਰਦ ਸਮਝ ਨਹੀਂ ਸਕਦਾ। ਬਾਣੀ ਦੇ ਵਿੱਚ ਪਾਤਸ਼ਾਹ ਨੇ ਲਿਖਿਆ ਵੀ ਆ, ਦੁੱਖ ਕੀ ਪੰਡਾ ਖੁੱਲੀਆਂ ਸੁੱਖ ਨਾ ਨਿਕਲਿਓ ਕੋਏ, ਨਾਨਕ ਦੁਖੀਆ ਸਭ ਸੰਸਾਰ। ਦੁੱਖਾਂ ਦੇ ਪਰਥਾਏ ਕਿੰਨੀਆਂ ਹੀ ਗੱਲਾਂ ਲਿਖੀਆਂ। ਪਾਤਸ਼ਾਹ ਕਹਿੰਦੇ ਇਸ ਧਰਤੀ ਤੇ ਭਾਈ ਤਕਰੀਬਨ ਸਭ ਹੀ ਦੁਖੀ ਆ, ਪਰ ਇੱਕ ਦੂਜੇ ਦਾ ਦੁੱਖ ਕੋਈ ਮਿਟਾ ਨਹੀਂ ਸਕਦਾ। ਇਹ ਗੱਲ ਜ਼ਰੂਰ ਆ, ਇੱਕ ਦੂਜੇ ਦਾ ਦੁੱਖ ਕੋਈ ਸੁਣਦਾ ਵੀ ਨਹੀਂ ਹੈ, ਕੇਵਲ ਪਰਮਾਤਮਾ ਤੋਂ ਬਿਨਾਂ, ਰੱਬ ਜੀ ਤੋਂ ਬਿਨਾਂ। ਅੱਛਾ ਹੁਣ ਲਾ ਲਓ ਕਿੱਡਾ ਵੱਡਾ ਦੁੱਖ ਆ, ਲੋਕ ਧਰਨਿਆਂ ਤੇ ਬੈਠਿਆ, ਅੱਜ ਵੀ ਭਾਰਤ ਬੰਦ ਆ, ਕਿੱਡਾ ਵੱਡਾ ਇੱਕ ਦੁੱਖ ਖੜਾ ਹੋ ਗਿਆ। ਪਰ ਜਦੋਂ ਵਾਹਿਗੁਰੂ ਜੀ ਦੇ ਅਨੁਸਾਰ ਸੋਚਾਂਗੇ ਨਾ, ਤਾਂ ਇਹ ਦੁੱਖ ਨੂੰ ਮਿਟਾਉਣ ਵਾਲਾ ਉਹ ਪਰਮਾਤਮਾ ਹੀ ਹੈ। ਇੱਕ ਥੋੜਾ ਸੋਚਣਾ ਪਊ, ਦੁੱਖ ਨੂੰ ਮਿਟਾਉਣ ਵਾਲਾ ਪਰਮਾਤਮਾ ਹੀ ਆ, ਅਕਾਲ ਪੁਰਖ ਵਾਹਿਗੁਰੂ। ਉਸੇ ਪਰਮਾਤਮਾ ਨੇ ਜਿਹੜੇ ਲੋਕਾਂ ਦੇ ਕਰਕੇ ਦੁੱਖ ਮਿਲਿਆ, ਆ ਕੰਡੀਸ਼ਨ ਬਣੀ ਆ, ਉਹਨਾਂ ਦੇ ਦਿਮਾਗ ਨੂੰ ਫੇਰਨਾ। ਜੇ ਬੰਦੇ ਦੇ ਕਹੇ ਤੋਂ ਨਾ ਦਿਮਾਗ ਫਿਰਦਾ ਹੁੰਦਾ ਤਾਂ ਅੱਜ ਨੂੰ ਤਾਂ ਉਹ ਬਦਲ ਜਾਂਦੇ, ਪਰ ਉਹ ਪਰਮਾਤਮਾ ਹੀ ਕਿਰਪਾ ਕਰੂਗਾ। ਪਰ ਦੂਜੀ ਗੱਲ ਇਹ ਵੀ ਆ, ਪਰਮਾਤਮਾ ਦੀ ਗੱਲ, ਜਿਹੜੇ ਆ ਹਾਲਾਤ ਬਣੇ ਨੇ, ਇਹਨਾਂ ਹਾਲਾਤਾਂ ਵਿੱਚ ਗੁਜ਼ਰਨ ਵਾਲੇ ਲੋਕ ਬਿਰਲਿਆਂ ਨੂੰ ਛੱਡ ਕੇ ਕੋਈ ਕਰਕੇ ਰਾਜੀ ਨਹੀਂ ਤੇ ਕੋਈ ਕੋਲ ਸੁਣ ਕੇ ਰਾਜੀ ਨਹੀਂ। ਪਰਮਾਤਮਾ ਦੀ ਗੱਲ ਨੂੰ ਕੋਈ ਕਰਕੇ ਵੀ ਨਹੀਂ ਰਾਜੀ, ਸੁਣ ਕੇ ਵੀ ਨਹੀਂ ਰਾਜੀ। ਉੱਥੇ ਸਾਰੀ ਮੈਂ ਮੇਰੀ ਦੀ ਕਹਾਣੀ ਆ, ਮੇਰੇ ਕਰਕੇ ਜਾਂ ਸਾਡੇ ਕਰਕੇ। ਇਹ ਹੋ ਸਕਦਾ ਹੋਰ ਕਿਸੇ ਕਰਕੇ ਨਹੀਂ ਹੋਵੇਗਾ। ਗੁਰੂ ਦੀ ਗੱਲ ਕਿੰਨੇ ਕੁ ਸੁਣ ਕੇ ਰਾਜੀ ਆ, ਅੰਦਾਜ਼ਾ ਲਾਓ। ਪਰ ਕਦੇ ਉਹ ਵੀ ਗੁਰੂ ਪਿਆਰੇ ਸੀ। ਅਜੇ ਸਾਡੇ ਤਾਂ ਵਕਤ ਆਇਆ ਨਹੀਂ ਤੇ ਆਵੇ ਵੀ ਨਾ। ਗੁਰੂ ਅੱਗੇ ਅਰਦਾਸ ਆ, ਕਿਹੜਾ ਵਕਤ ਸੀ ਜਦੋਂ ਬੰਦ ਕੱਟੇ ਜਾਂਦੇ ਸੀ, ਪੁੱਠੀਆਂ ਖੱਲਾਂ ਲਾਈਆਂ ਜਾਂਦੀਆਂ ਸੀ, ਪੁੱਠਾ ਮਨੁੱਖ ਨੂੰ ਲਮਕਾ ਕੇ ਨਾ ਭਾਈ ਜੈ ਸਿੰਘ ਨੂੰ ਪੁੱਠਾ ਲਮਕਾ ਲਿਆ ਸੀ, ਦੇਖ ਲਓ। ਤੇ ਪੁੱਠੀ ਖੱਲ ਐ ਲਾਤੀ ਸੀਗੀ, ਉੱਤੋਂ ਮਾਸ ਦੇੜਤਾ ਸੀਗਾ। ਆਪਣੇ ਨਾ ਸਬਜ਼ੀ ਕੱਟਦਿਆਂ ਦੇ ਕਰਦ ਵੱਜੇ, ਕਿੰਨੀ ਪੀੜ ਆ। ਪੱਠੇ ਵੜਦਿਆਂ ਦੇ ਦਾਤੀ ਵੱਜੇ, ਕਿੰਨੀ ਪੀੜ ਆ। ਕਹੀ ਦਾ ਕੰਮ ਕਰਦਿਆਂ ਪੈਰ ਤੇ ਕਹੀ ਵੱਜੀ, ਕਿੰਨੀ ਪੀੜ ਆ। ਉਹ ਤਾਂ ਰੰਬੀਆਂ ਨਾਲ ਪੁੱਠੀ ਖੱਲ ਲਾਤੀ ਸੀ, ਫੇਰ ਵੀ ਕਹਿੰਦੇ ਗੁਰੂ ਦੀ ਰਜਾ ਹੀ ਆ। ਮੀਰ ਮਨੂੰ ਦੀ ਕੈਦ ਵਿੱਚ ਮਾਵਾਂ ਦੇ ਨਾਲ ਕੀ ਕੁਛ ਵਾਪਰਿਆ, ਰੱਬ ਨਾਲੋਂ ਟੁੱਟੀਆਂ ਨਹੀਂ। ਅੱਜ ਅਸੀਂ ਵਾਹਿਗੁਰੂ ਪਰਮੇਸ਼ਰ ਨਾਲੋਂ ਟੁੱਟ ਚੁੱਕੇ ਹਾਂ। ਚਲੋ ਆਪਣਾ ਸਾਰਿਆਂ ਦਾ ਫੈਸਲਾ ਇਹੀ ਆ ਵੀ ਗੁਰੂ ਪਰਮਾਤਮਾ ਕਿਰਪਾ ਕਰੇ, ਜੋ ਸਾਡੀ
अंदर दी भावना है जो असीं चाहुंदे हां भी साडी धरती आज़ाद होवे, साडी नस्ल आज़ाद होवे, साडे काम आज़ाद होण, ये काले कानून वापस ले जाण, वो अरदास वाहिगुरू सब दी पूरी करे, मंजूर करे। पर एक गल जरूर चेते रखियो, इहदे विच साडा भी किते ना किते कसूर है। ये ना मन्नो कल्ला सरकारां दा कसूर हैगा, कसूर साडा भी किते ना किते है। बस ਇਹਦਾ कसूर की है भी असीं परमात्मा की अजे तक गल सुनने नूं तैयार ही नहीं। मतलब साडा गुरु साडा इष्ट किड्डा वड्डा, इहदी गल सुनने नूं तैयार नहीं। पर वो भी गुरसिख सी जिहड़े कहंदे सी चलना तां जंग नूं ही है ना, दिन चढ़ गया, अमृत वेला हो गया, कल भी लड़ाई सी, अज भी लड़ाई 'च ही जाना। पहला नितनेम रब नाल दो गल्लां प्यार दियां, शुकर करना, धन्नवाद करना, फिर अगे चलांगे। जे कोई पुछे जंग कल कीती, अनेक ही मर गए, शहीद हो गए, अज जाओगे, पता नहीं कौन मरू कौन शहीद हो, काहदा शुकराना। पर यह साडा इतिहास दसदा, गुरु दे सिख भावें किसी भी विपता विच सी, पर उन्हां ने परमात्मा अगे अरदास करनों नहीं हटे, गुरु दा शुकर करनों नहीं हटे। दिमाग दे विचों परमात्मा गुरु नालों प्यार नहीं निकलिया। मैं गल कदे कदे सोचदा हुन्ना, सो वाहिगुरू आ दिन लेके ना आवे, आ दिन लेके ना आवे। ख्याल करियो, जे किते एक दो मिनटां एक सेकंडां वास्ते सोच लो आपां, जे किते जिन्हां दे परथाए साडियां ना शिकायतां ने, रोस आ, ओ लोग मन जाण, मान लो भी अज हुण घंटे नूं मन जाण, हो कहण भी असीं काले कानून वापस ले लैने आ। पर जरूर चेता रखियो, साडी ओ कहण भी एक शर्त आ। किहड़ी शर्त आ? आउण वाले टाइम 'च जितवना सानू ही होऊगा, लोक मन जाणगे। सोच के देखियो, लोक मन जाणगे कि असीं कानून वापस कर लवांगे, पर तुहानूं ना सारिआं नूं पग्गां ला के केस कटवाउणे पैणगे। मन जाणगे, जे ना मनण गारंटी आ। साडी आ सिੱਖੀ हैगी, सोच के देखियो। हाँ, बिरलिਆਂ ਨੂੰ जरूर विचों कढ लो, किते ना किते वो रब्बी प्यारे ने जिन्हां ने अपने गुरु की गल नूं पहल दित्ती आ। चलो गुरु बख्शिश करे भी किते ना किते जाके वो साथों गलत काम अज भी करवा सकते ने। पर धन जिगरा उन्हां मावां दा, उन्हां नौजवानां दा, उन्हां साडे बजुर्गां दा जिहड़े सिदक तो नहीं डोले, धर्म तो नहीं हारे, सिੱਖੀ केसां सुआसां संग निभा गए। आप रोज पढ़ते ना, जिन्हां ਸਿੰਘਾਂ ਸਿੰਘਣੀਆਂ ने धर्म हेत शीश दिते, वंद वंद कटाए, खोपरियां लुहाइयां, चरखियां ते चढ़े, आरियां नाल चीरे गए, पर फिर भी सिदक तो नहीं डोले। सिदक तो धर्म तो हारे नहीं हन। असीं किते हार ना जाइए, हार ना जाइए। वो सियाणे दी कहावत आ, अपनी जिंदगी च वाधा घाटा आउंदा ही रहिंदा, पर कदे अपना भविख ना विगाड़ लिओ। जिन्हां दा भविख विगड़ जे ना, उन्हां दी जिंदगी च पैसा कोई अहमियत नहीं रखदा। जिन्हां दी जिंदगी दा भविख बर्बाद हो जे ना, उन्हां कोले जमीनां कोई मिहना नहीं रखदियां गईयां। जिन्हां दी जिंदगी दा भविख बर्बाद हो जे ना, ते उन्हां कोले कुर्सियां कोई कदरदान नहीं हुंदियां। जिन्हां दा भविख विगड़ जे, काश कदे साडा भविख ना विगड़े। चलो अपनी विचार सी भी मेरा मन गुरु कोले गिज जावे, मेरा मन गिज जावे। मन वेद्या दयाल सेती मेरी माई। फिर दूजे दी पीड़ दूजा सुनदा नहीं, रब ही सुनदा हुंदा गा, परमात्मा ही सुनदा, गुरु सुनदा गा। फिर लिखिया की हैगा, पातशाह जी कहते ना, मन वेद्या दयाल सेती मेरी माई, कौन जाने पीर पराई, हम नाही चिंत पराई। रहाओ मेरी इस पीड़ नूं, इस दर्द नूं, हे परमात्मा जी तैथों बिना कौन जानदा गा। मैनू कोई दींदा नहीं है होर भी तेरे तो बिना मेरी दर्द नूं, मेरी पीड़ नूं कोई जान लवे। फिर हुण पहलियां पंक्तियां आ गईयां रहाओ तो बाद, मन मंदर, पीड़ खत्म हो जू, दर्द खत्म हो जू, परहेज रख के आ कम कर।
हुण किहड़ा काम कहा, दर्द हट जू, पीड़ बंद हो जू। डॉक्टर कहे ना पेट दर्द आ, मान लो आपां कहता, डॉक्टर कहता कोई गल नहीं, दर्द हट जू, तैनूं परहेज रखना पऊ, कच्चा पिल्ला नहीं खाना, तलिया नहीं खाना, गलत भोजन का इस्तेमाल बिल्कुल नहीं करना, ठीक हो जाएगा। बंदा कुछ टाइम के लिए असर कर जाता, चलो कोई गल नहीं, छड्ड दिंदे आपां। गुरु कोले आपां आके कहता पीड़ हो रही है, दर्द हो रहा है, हटदा नहीं, ते गुरु साहब कहते परहेज रखना पू, किहड़ा कुछ करना पू, की करना पू, आ करना पऊगा। मन मंदर की लिखिया गुरु साहब जी ने, मन मंदर, मन नूं मंदर बनाउणा पऊगा, दर्द नहीं हो, गारंटी है। मन मंदर, तन शरीर साडे ज्ञान इंद्रे, कर्म इंद्रे, मन नूं मंदर बना के, मन नूं सुरत नूं मंदर बना के, तन शरीर इंद्रे ज्ञान इंद्रे, मन मंदर, तन नूं की करना पू, तन वेस कलंदर, तन वो आपां सुनी दिता की हुंदा, वेस लिबास पहरावा, कलंदर, कलंदर का अर्थ की बन गया, गुरु साहब जी कहते शरीर ते वो लिबास पहनिया होया कलंदरां वाला, किहड़ा जिहनूं आपां रमता साधु कह दिंदे आ, भी दे तन दा पहनिया होया लिबास दसदा भी ये तां कोई रमता साधु हैगा, ये तां कोई रब्बी फकीर आ, रमता हैगा। हुण इत्थे गुरु साहब जी कहंदे तूं भी अपने तन ते ना ओ लिबास पाला, ओ लिबास पाला, किहड़ा लिबास, जिहड़ा लिबास पहिनण दे नाल, पाउण दे नाल तूं हरि परमात्मा दे बख्शिश कीते हुए मन च टिक जावें। मान लो आपां दरबार साहिब दे विच सारे आ रहे हैं, सौखा समझ आ जाऊगी आपां नूं भी तकरीबन हर कोई व्यक्ति इशनान पानी करके आउंदा, साफ कपड़े पहन के आउंदे आपां भी आपां गुरु दरबार च पहुंचना यार, एक बारी आपां पूरे बिल्कुल ना साफ सुथरे बन के आउंदे आ, आपां ओ लिबास पहन के आए आ जिस लिबास पहनण दे नाल सानू गुरु कोले बैठण दा अधिकार आ। बच्चे स्कूल विच ओ वर्दी पा के गए ने, जिहड़ी वर्दी पाउण दे नाल स्कूल दे नियमां अनुसार स्कूल वल्लों बच्चे नूं अधिकार आ, वर्दी पहनी आ स्कूल दे मुताबक, हाँ पहनी हुई आ जा बैठ जा, टिक जा, इत्थे कुछ नूं मिल जूगा। इवें जिवें मन एक स्कूल आ, मन एक घर आ, मन एक दीवान हाल आ, मन एक गुरु दा मंदिर आ। हुण बाबा नानक कहंदा ना मन च बैठण दे लई, हुण देखो मन च तां बैठण ही औखा गा, मन विच बैठण दे लई अपने तन दा लिबास चेंज कर ला, बदल ला, बह जाएगा। मन मंदर, तन वेस कलंदर, तन शरीर इंद्रे कर्म इंद्रे, वेस कलंदर, वेस तो भाव लिबास, कलंदर रम ते साधु वाला लिबास। हुण इत्थे बाहरी किसी साधु दे पहने हुए कपड़िਆਂ ते ध्यान नहीं लग जाना, अपना अपने शरीर दे कर्म इंद्रे ज्ञान इंद्रियां नूं सोहना लिबास बना ला। ज्ञान इंद्रे अखां की करदियां, निगाह मार, जुबान की करदी है, निगाह मार, नासकां दी सुंघण शक्ति किहड़े पासे लगी है, निगाह मार, सुनन शक्ति किहड़े पासे आ, निगाह मार, पूरे शरीर दी क्रिया की है रोज दी, निगाह मार। तन तां अजे रम ते साधुआं वाला लिबास बने ही नहीं है, बनया नहीं। गुरु साहब कहंदे निगाह मार के देखा, तन तां किते होर ही तुरिया फिरदा गा। तन दे कर्म इंद्रे ज्ञान इंद्रियां दी रोज दी क्रिया होर आ, कोई तां रम ते साधुआं वाला लिबास नहीं बनया। जदों तन दे ज्ञान इंद्रियां दा लिबास रम ते साधुआं वाला बन गया, उदे तो मन च टिक जाएगा, अखां मन च टिक जाणगियां,
ਸੁਗੰਧਤ ਮਨ ਚ ਟਿਕ ਜੂ, ਕੰਨਾਂ ਦੀ ਸਰੋਤ ਮਨ ਰਾਹੀਂ ਹੋ ਜੂਗੀ, ਬੋਲਣ ਵਾਲਾ ਪੱਖ ਮਨ ਰਾਹੀਂ ਹੋ ਜੂ। ਨਾ ਹੀ ਤਾਂ ਬਾਣੀ ਚ ਲਿਖਿਆ ਨਾ, ਨਾਨਕ ਫਿੱਕਾ ਬੋਲੀਐ ਤਨ ਮਨ ਫਿੱਕਾ ਹੋਏ। ਬਾਣੀ ਦਾ ਫੈਸਲਾ ਹੈਗਾ, ਬੋਲਣ ਦਾ ਪੱਖ ਦੇਖ ਤੂੰ ਕੀ ਹੈ ਤੇਰਾ। ਜੇ ਗਲਤ ਬੋਲੇਗਾ ਨਾ ਤੇਰਾ ਤਨ ਵੀ ਫਿੱਕਾ ਤੇ ਮਨ ਤਾਂ ਫਿੱਕਾ ਹੈ ਹੀ ਹੈ, ਮਨ ਚ ਤਾਂ ਬੋਲ ਗਈ ਹੀ ਨਹੀਂਗੇ। ਜੇ ਮਨ ਚ ਹੀ ਬੋਲ ਵਗ ਜਾਏ ਨਾ, ਮਨ ਚ ਇੱਕ ਮਧਾਣੀ ਲੱਗੀ ਹੋਈ ਉਹ ਰਿੜਕ ਦਿੰਦੀ ਹੈ ਨਾਲ ਦੀ ਨਾਲ ਬੋਲਾਂ ਨੂੰ, ਕਿਹੜੀ ਗੱਲ ਚੰਗੀ ਹੈ ਤੇ ਕਿਹੜੀ ਮਾੜੀ ਆ। ਉਹ ਮਧਾਣੀ ਆਹ ਕੰਮ ਕਰਦੀ ਆ, ਬੋਲਾਂ ਨੂੰ ਰਿੜਕਦੀ ਆ ਨਾਲ ਦੀ ਨਾਲ। ਜਿਹੜੇ ਬੰਦੇ ਨੇ ਕਬੋਲ ਬੋਲੇ ਆ ਨਾ, ਉਹ ਬਾਅਦ ਚ ਪਛਤਾਉਂਦਾ ਵੀ ਹੁੰਦਾ। ਕਿਉਂ? ਕਿਉਂਕਿ ਮਨ ਨੇ ਰਿੜਕਦੇ ਸੀ ਬੋਲ, ਉਹ ਬਾਅਦ ਚ ਰਿੜਕਣ ਤੋਂ ਬਾਅਦ ਪਤਾ ਲੱਗ ਗਿਆ ਸੀ ਵੀ ਬੋਲ ਵਧੀਆ ਨੇ ਕਿ ਘਟੀਆ ਨੇ। ਮਨ ਨੇ ਹਰ ਚੀਜ਼ ਨੂੰ, ਮਨ ਦੇ ਅੰਦਰ ਦੀ ਮਧਾਣੀ ਨੇ ਹਰ ਇੱਕ ਚੀਜ਼ ਨੂੰ ਰਿੜਕ ਦੇਣਾ ਗਾ ਵਿਚਾਰਾਂ ਨੂੰ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ, ਆਪਣਾ ਤਨ ਰੂਪੀ ਲਿਬਾਸ ਨਾ ਰੰਮ ਤੇ ਸਾਧੂ ਵਰਗਾ ਬਣਾ ਲਾ, ਫਕੀਰਾਂ ਵਰਗਾ ਬਣਾ ਲਾ, ਨਰਮ ਬਣਾ ਲਾ, ਸਹਿਜ ਵਾਲਾ ਬਣਾ ਲਾ, ਟਿਕਾਵਣਾ ਬਣਾਉਣਾ। ਫਿਰ ਕੰਨਾਂ ਦੀ ਸਰੋਤ ਮਨ ਚ ਟਿਕ ਜੇ, ਜ਼ੁਬਾਨ ਦੇ ਬੋਲ ਮਨ ਚ ਟਿਕ ਜਾਣ, ਅੱਖਾਂ ਦਾ ਵੇਖਣ ਵਾਲਾ ਪੱਖ ਮਨ ਚ ਟਿਕ ਜੇ, ਤੇਰੀ ਪੂਰੀ ਦੀ ਪੂਰੀ ਸਰੀਰਕ ਕਿਰਿਆ ਨਾ ਮਨ ਰਾਹੀਂ ਹੋ ਜੇ। ਤੇ ਮਨ ਕਿਹਦੇ ਰਾਹੀਂ ਸੀ? ਗੁਰੂ ਰਾਹੀਂ। ਮਨ ਘਰ ਆਗਾ, ਮਨ ਘਰ ਆ ਨਾ, ਇਸ ਮਨ ਘਰ ਨੂੰ ਬਣਾਇਆ ਕਿਹਨੇ? ਪਰਮਾਤਮਾ ਨੇ। ਮਨ ਰੂਪੀ ਘਰ ਨੂੰ ਪਰਮਾਤਮਾ ਨੇ ਬਣਾਇਆ। ਰੱਬ ਦੇ ਮਨ ਦੇ ਬਣਾਏ, ਵਾਹਿਗੁਰੂ ਰੱਬ ਦੇ ਬਣਾਏ ਹੋਏ ਮਨ ਰੂਪੀ ਘਰ 'ਚ ਅਸੀਂ ਟਿਕਣਾਗਾ। ਆ ਅੱਜ ਦਾ ਪਾਠ ਆ ਸਾਡਾ। ਗੁਰੂ ਨਾਨਕ ਸਾਹਿਬ ਨੇ ਦੱਸਿਆਗਾ, ਮਨ ਮੰਦਰ ਤਨ ਵੇਸ ਕਲੰਦਰ। ਫਿਰ ਕਰਨਾ ਕੀ ਆ? ਤੇਰਾ ਹਿਰਦਾ ਸਰੀਰ ਦਾ ਨਾ ਇੱਕ ਘਾਟ ਆ, ਘਾਟ ਪਾਣੀ ਦੀ ਘਾਟ ਜਿਹਨੂੰ ਆਪਾਂ ਕਹਿੰਦੇ ਆ ਵੀ, ਇੱਕ ਨਾ ਇਉਂ ਕਹਿ ਲੋ ਵੀ ਅਜਿਹਾ ਉਸ ਪਰਮਾਤਮਾ ਨੇ ਤੇਰੇ ਅੰਦਰ, ਸਾਡੇ ਅੰਦਰ ਪਾਣੀ ਦਾ ਸੋਮਾ ਬਣਾਇਆਗਾ, ਸਰੋਵਰ ਕਹਿ ਲੋ ਜਿਹਨੂੰ ਆਪਾਂ, ਜਿਹਦੇ ਵਿੱਚ ਫਿਰ ਰੋਜ਼ ਤੂੰ ਅੱਖਾਂ ਨੂੰ ਨਵਾਉਣਾਗਾ, ਆਪਣੇ ਅੰਦਰਲੀ ਕੰਨਾਂ ਦੀ ਸਰੋਤ ਨੂੰ ਨਵਾਉਣਾਗਾ, ਇਸ਼ਨਾਨ ਕਰਵਾਉਣਾਗਾ। ਜੀਭ ਦੀ ਸਫਾਈ ਤਾਂ ਆਪਾਂ ਬੁਰਸ਼ ਕਰਕੇ ਕਰ ਲਈ, ਦੰਦਾਂ ਦੀ ਸਫਾਈ ਕਰ ਲਈ, ਪਰ ਜੀਭ ਵਿੱਚ ਜਿਹੜੇ ਬੋਲ ਆ ਰਹੇ ਨਾ, ਉਹਨਾਂ ਬੋਲਾਂ ਦਾ ਆਪਣੀ ਹਿਰਦੇ ਦੀ ਘਾਟ ਤੇ ਇਸ਼ਨਾਨ ਕਰਵਾਉਣਾਗਾ। ਹਿਰਦੇ ਦੇ ਸਮੁੰਦਰ ਤੇ ਸਰੋਵਰ ਤੇ ਇਸ਼ਨਾਨ ਕਰਵਾਉਣਾ। ਜ਼ੁਬਾਨ ਤੇ ਆਉਣ ਤੋਂ ਪਹਿਲਾਂ ਬੋਲਾਂ ਦਾ, ਵੀ ਮੈਂ ਬੋਲਣਾ ਕੀ ਆ, ਜਿਹਨੂੰ ਬਾਣੀ 'ਚ ਲਿਖਿਆ ਹੈਗਾ, ਬਹੁਤਾ ਬੋਲਣ ਝੱਖਣ ਹੋਏ, ਬਿਨ ਬੋਲੇ ਜਾਣੈ ਸਭ ਕੋਏ। ਬੋਲਣਾ ਵੀ ਜ਼ਰੂਰ ਆ ਤੇ ਬੋਲਣਾ ਵੀ ਨਾਪ ਤੋਲ ਕੇ। ਨਾਪ ਤੋਲਣ ਤੋਂ ਭਾਵ ਨਵਾ ਕੇ ਬੋਲ ਬਾਹਰ ਕੱਢਣੇ, ਨਵਾ ਕੇ, ਧੋ ਕੇ। ਹੁਣ ਜਦੋਂ ਕਿਸੇ ਚੀਜ਼ ਨੂੰ ਆਪਾਂ ਧੋ ਕੇ ਪੇਸ਼ ਕਰਾਂਗੇ, ਉਹ ਫਿਰ ਐਡਵਾਂਸ ਨਹੀਂ ਹੁੰਦੀ, ਉਹ ਲੋੜ ਮੁਤਾਬਕ ਹੀ ਹੋ। ਐਡਵਾਂਸ ਕੀ ਹੁੰਦੀ ਆ? ਲਿਬੜੇ ਬੋਲ, ਜਿਹੜੇ ਬੋਲ ਕਿਸੇ ਦਾ ਮਨ ਦੁਖੀ ਕਰ ਦੇਣ, ਕਿਸੇ ਦੇ ਮਨ ਨੂੰ ਲਵੇੜ ਦੇਣ, ਖਰਾਬ ਕਰ ਦੇਣ। ਗੁਰੂ ਕਹਿੰਦਾ, ਆਪਣੀ ਅੱਖਾਂ ਦੀ ਦ੍ਰਿਸ਼ਟੀ ਨੂੰ ਨਵਾ ਕੇ ਫੇਰ ਬਾਹਰ ਲੈ ਕੇ ਆਈ। ਚਲੋ ਬਾਹਰੀ ਸਰੋਵਰ ਇੱਕ ਸਾਡਾ ਗੁਰੂ ਪਾਤਸ਼ਾਹ ਦਾ ਨਿਯਮ ਆ ਬਣਾਉਣ ਦਾ, ਉਹ ਆਪਾਂ ਇਹਦਾ ਚੱਕਰ 'ਚ ਨਹੀਂ ਪੈਣਾ ਵੀ ਕਿੱਥੇ ਕਿੰਨੇ ਵਾਰੀ ਨਹਾਵਾਂਗੇ ਤੇ ਕੀ ਹੋਊਗਾ। ਉਹ ਇੱਕ ਨਿਯਮ ਬਣਾਇਆ ਸਾਡਾ ਸਾਰਿਆਂ ਦਾ ਨਹਾਉਣ ਦਾ, ਸੋਮਾ ਟੱਬ ਪਾਣੀ ਦਾ ਇੱਕ ਭਰਤਾ, ਵੀ ਸਾਰਿਆਂ ਨੇ ਬਿਨਾਂ ਬਿਤਕਰੇ ਤੋਂ ਇਸ਼ਨਾਨ ਕਰਨਾ, ਬਿਨਾਂ ਬਿਤਕਰੇ ਤੋਂ। ਜਿਵੇਂ ਭੈਣ ਭਰਾਵਾਂ ਦੇ ਵਿੱਚ ਨਾ ਕੋਈ ਬਿਤਕਰਾ ਨਹੀਂ, ਉਹ ਇੱਕੇ ਭਾਂਡੇ 'ਚ ਖਾ ਲੈਂਦੇ ਨੇ, ਨਹਾ ਲੈਂਦੇ ਨੇ, ਆਪਣੇ ਤਨ ਤੇ ਕੱਪੜੇ ਇੱਕੇ ਘਰ 'ਚ ਹੀ ਪਹਿਨੀ ਜਾਂਦੇ ਨੇ, ਇੱਕ ਦੂਜੇ ਦੇ ਵੀ ਪਹਿਨ ਲੈਂਦੇ ਆ। ਉਹ ਪਿਆਰ ਦੀ ਗੱਲ ਹੈਗੀ। ਇਵੇਂ ਜਿਵੇਂ ਸਾਡਾ ਵੀ ਸਾਰਿਆਂ ਦਾ ਇੱਕ ਪਿਆਰ ਇਕੱਠਾ ਕੀਤਾ ਸੀ, ਇੱਕ ਬੌਲੀ ਲਵਾ ਕੇ, ਇੱਕ ਸਰੋਵਰ ਬਣਾ ਕੇ, ਇੱਕ ਸਤ ਸੰਗਤ ਦਾ ਅੱਡਾ ਬਣਾ ਕੇ, ਇੱਕ ਪੰਗਤ ਲਵਾ ਕੇ, ਇੱਕੋ ਜਿਹਾ ਕੜਾਹ ਪ੍ਰਸ਼ਾਦ ਵਰਤਾ ਕੇ, ਇੱਕੋ ਜਿਹੀ ਬਾਣੀ ਵਰਤਾ ਕੇ, ਇੱਕੋ ਜਿਹਾ ਪ੍ਰਸ਼ਾਦ, ਸਾਰੀਆਂ ਚੀਜ਼ਾਂ ਦਾ ਜਿਹੜਾ ਮਿਲਿਆ, ਉਹ ਸਾਨੂੰ ਭਾਵ ਏਕੇ ਦੇ ਸੂਤ ਵਿੱਚ ਪਰੋਇਆ ਸੀ। ਅਸਲ ਵਿੱਚ ਕੰਮ ਕੀ ਕਰਨਾ? ਹਿਰਦੇ ਘਟ 'ਚ ਨਹਾਉਣਾਗਾ। ਹਿਰਦੇ ਘਟ 'ਚ ਸਰੀਰ ਨਹੀਂ ਨਹਾਉਂਦਾ, ਸਰੀਰ ਦੇ ਕਰਮ ਨਹਾਉਂਦੇ ਨੇ। ਕਰਮ ਮੀਨਜ ਜਿਨ੍ਹਾਂ ਨੇ ਕੰਮ ਕਰਨਾ। ਹੱਥਾਂ ਨੇ ਕੀ ਕਰਨਾ? ਪਹਿਲਾਂ ਹੱਥਾਂ ਨੂੰ ਆਪਣੇ ਹਿਰਦੇ ਦੀ ਘਾਟ ਤੇ ਨਾ ਧੋ ਕੇ ਲਿਆ। ਬਾਹਰੀ ਤੌਰ ਤੇ ਧੋਣ ਦੀ ਗੱਲ ਨਹੀਂ, ਹੱਥਾਂ ਨੂੰ ਹਿਰਦੇ ਦੀ ਘਾਟ ਤੇ ਧੋ।
ਅੱਖਾਂ ਨੂੰ ਹਿਰਦੇ ਦੀ ਘੱਟ ਤੇ ਧੋ, ਕੰਨਾਂ ਨੂੰ ਹਿਰਦੇ ਦੀ ਘੱਟ ਤੇ ਧੋ, ਜ਼ੁਬਾਨ ਨੂੰ ਹਿਰਦੇ ਦੀ ਘੱਟ ਤੇ ਧੋ। ਫਿਰ ਲਫ਼ਜ਼ ਕੀ ਬਣ ਗਿਆ? ਮਨ ਮੰਦਰ ਤਨ ਵੇਸ ਕਲੰਦਰ, ਘਟ ਹੀ ਤੀਰਥ ਨਹਾਵਾਂ। ਮੈਂ ਇਸ ਘਟ ਤੇ ਨਹਾਉਣਾ ਸ਼ੁਰੂ ਕਰ ਦਿੱਤਾ, ਇਸ਼ਨਾਨ ਕਰਨਾ ਸ਼ੁਰੂ ਕਰਤਾ। ਉਹ ਘਟ ਦੇ ਵਿੱਚ ਪਾਣੀ ਕਿੱਥੋਂ ਆਇਆ? ਜਿਹੜੇ ਹਿਰਦੇ ਰੂਪੀ ਘਟ ਦੀ ਗੱਲ ਕੀਤੀ ਹੈ ਨਾ, ਇਹਦੇ ਵਿੱਚ ਪਾਣੀ ਕਿੱਥੋਂ ਆਇਆ? ਪਾਣੀ ਗੁਰੂ ਦੀ ਬਾਣੀ ਦਾ, ਪਾਣੀ ਗੁਰੂ ਦੀ ਬਾਣੀ ਦਾ। ਤੇ ਗੁਰੂ ਦੀ ਬਾਣੀ ਚ ਭਾਈ ਨਵਾ ਨਵਾ ਕੇ ਆਪਣੇ ਸਰੀਰ ਤੋਂ ਕੰਮ ਲੈ। ਰੋਜ਼ ਇੱਕ ਵਾਰੀ, 2 ਵਾਰੀ, 4 ਵਾਰੀ, ਜਿੰਨੇ ਵਾਰੀ ਤੇਰਾ ਚਿੱਤ ਮੰਨਦਾ ਨਾ ਓਨੇ ਵਾਰੀ ਇਸ਼ਨਾਨ ਕਰਵਾ ਲਾ। ਉਹ ਆਪਣੇ ਤੇ ਆ। ਏਕ ਸ਼ਬਦ ਮੇਰਾ ਪ੍ਰਾਣ ਵਸਤ ਹੈ, ਇੱਕੋ ਹੀ ਸ਼ਬਦ। ਫਿਰ ਉਹ ਸਰੀਰ ਦੇ ਘਟ ਚ ਨਾ, ਹਿਰਦੇ ਰੂਪੀ ਘਟ ਚ ਇੱਕ ਸ਼ਬਦ ਦਾ ਪਾਣੀ ਪਾ ਲਿਆ, ਇੱਕ ਸ਼ਬਦ ਦਾ ਪਾਣੀ ਪਾ ਲਿਆ। ਏਕ ਸ਼ਬਦ ਮੇਰਾ ਪ੍ਰਾਨ ਵਸਤ ਹੈ, ਉਹ ਸ਼ਬਦ ਪਾਣੀ ਦਾ ਰੂਪ ਬਣ ਕੇ ਮੇਰੇ ਪੂਰੇ ਸਰੀਰ ਵਿੱਚ ਵਸ ਗਿਆ, ਮੇਰੇ ਪ੍ਰਾਣਾਂ 'ਚ ਵਸ ਗਿਆ, ਰੋਮ ਰੋਮ 'ਚ ਵਸ ਗਿਆ। ਤੇ ਹੁਣ ਮੇਰਾ ਰੋਮ ਰੋਮ ਪਵਿੱਤਰ ਹੋ ਗਿਆ, ਸਾਫ਼ ਹੋ ਗਿਆ। ਏਕ ਸ਼ਬਦ ਮੇਰਾ ਪ੍ਰਾਨ ਵਸਤ ਹੈ। ਫਿਰ ਅੱਗੇ ਕੀ ਲਿਖਿਆ? ਬਹੁੜ ਜਨਮ ਨਾ ਆਵਾ। ਫਿਰ ਮੈਂ ਦੁਬਾਰਾ ਜੰਮਣ ਮਰਨ ਦੇ ਗੇੜ ਵਿੱਚ ਨਹੀਂ ਪਵਾਂਗਾ। ਇੱਥੇ ਆਹ ਗੱਲ ਨੂੰ ਬ੍ਰੈਕਟ ਵਿੱਚ ਦਰਜ ਕਰ ਲਿਓ। ਅਗਲੀ ਗੱਲ ਕੀ ਹੈ? ਜੰਮਣ ਮਰਨ ਦਾ ਚੱਕਰ ਕੀ ਆ? ਸਰੀਰ ਕਰਕੇ, ਸਰੀਰ ਛੱਡਣ ਤੋਂ ਬਾਅਦ ਮਨੁੱਖਾ ਦੇਹ ਮਿਲ ਜੇ, ਸਤਿਕਾਰਯੋਗ ਆ। ਫਿਰ ਚੰਗੇ ਕੰਮ ਕੀਤੇ, ਫਿਰ 20 50 100 ਸਾਲ ਲੰਘਾਉਣ ਤੋਂ ਬਾਅਦ ਫਿਰ ਸਰੀਰ ਚੜ੍ਹਾਈ ਕਰ ਗਿਆ, ਫਿਰ ਸਰੀਰ ਮਿਲ ਜੇ, ਸਤਿਕਾਰਯੋਗ ਆ ਜੀਵਨ। ਪਰ ਸਾਨੂੰ ਨਹੀਂ ਪਤਾ ਵੀ ਅਸੀਂ ਕੀ ਬਣਨਾ ਕੀ ਨਹੀਂ ਬਣਨਾ। ਪਰ ਜਿੰਨਾ ਕੁਛ ਵਾਹਿਗੁਰੂ ਨੇ ਸਾਨੂੰ ਆ ਮਨੁੱਖਾ ਦੇਹ ਵਿੱਚ ਰਹਿੰਦਿਆਂ ਦਿੱਤਾ ਨਾ, ਉਹ ਰੱਬ ਦਾ ਜ਼ਰੂਰ ਸ਼ੁਕਰ ਕਰੀਏ। ਸ਼ੁਕਰ ਕਰਨਾ ਨਾ ਭੁੱਲ ਗਏ। ਬੈਡਰੂਮ ਦੇ ਵਿੱਚ ਜਾਂਦੇ ਆ ਨਾ, ਸ਼ੁਕਰਾਨਾ ਕਰੀਏ। ਰਸੋਈ ਵਿੱਚ ਜਾਂਦੇ ਆ ਨਾ, ਸ਼ੁਕਰਾਨਾ ਕਰੀਏ। ਕਿਤੇ ਵੀ ਆਪਾਂ ਆਪਣੇ ਘਰ ਦੇ ਵਿੱਚ ਕੁਛ ਵੀ ਕਰ ਰਹੇ ਆ, ਰੱਬ ਦਾ ਸ਼ੁਕਰ ਜ਼ਰੂਰ ਕਰੀਏ। ਤੇ ਨਹੀਂ ਚੇਤਾ ਰੱਖਿਓ, ਅਗਲੀ ਜੂਨ ਤਿਆਰ ਪਈ ਆ। ਕਾਹਦੀ? ਵਾਹਿਗੁਰੂ ਭਲਾ ਕਰੇ ਸਾਡਾ ਸਾਰਿਆਂ ਦਾ। ਆਪਾਂ ਸਰੀਰ ਛੱਡ ਗਏ, ਅਗਲੇ ਜਨਮ 'ਚ ਜੇ ਕਾਕਰੇਚ ਬਣਾਤਾ ਫਿਰ ਬੈਡਰੂਮ ਕਿਹੜਾ ਹੋਊ? ਸਾਡਾ ਨਿਗਾਹ ਮਾਰੋ। ਗੰਦਗੀ ਦਾ ਕੀੜਾ ਬਣਾਤਾ, ਫਿਰ ਬੈਡਰੂਮ ਕਿਹੜਾ ਹੋਊ? ਅੱਜ ਤਾਂ ਤੁਲਾਈਆਂ ਵਿਛਾਈਆਂ ਨੱਕ ਥੱਲੇ ਨਹੀਂ ਆਉਂਦੀਆਂ, ਫਿਰ ਕਿਹੜਾ ਹੋਊਗਾ? ਸੋਚੋ। ਮੰਨ ਲਓ ਜੇ ਗਧਾ ਬਣਾਤਾ, ਫਿਰ ਕੀ ਬਣੂ? ਮੰਨ ਲਓ ਜੇ ਬਣਾਤਾ, ਬਣ ਜਾਵਾਂਗੀ। ਜੇ ਵਾਲ ਤਾਂ ਗੱਲ ਹੀ ਕੱਟ ਦੋ ਵਿੱਚੋਂ। ਜੇ ਵਾਹਿਗੁਰੂ ਦਾ ਸ਼ੁਕਰ ਨਾ ਕੀਤਾ, ਪਰਮਾਤਮਾ ਦੇ ਸ਼ੁਕਰਾਨੇ ਵਿੱਚ ਨਾ ਜੁੜੇ, ਆਹ ਸਰੀਰ ਛੱਡਣ ਤੋਂ ਬਾਅਦ ਜੇ ਸੱਪ ਬਣਾਤਾ, ਫਿਰ ਕੀ ਬਣੂ? ਖੁੱਡਾਂ 'ਚ ਰਹਿਣਾ ਪਊ। ਜਿੱਦੇ ਸਿਰ ਬਾਹਰ ਕੱਢਿਆ ਕਰਾਂਗੇ, ਅਗਲਾ ਕੁੱਟ ਦੂਗਾ, ਮਾਰ ਦੂਗਾ। ਬਚ ਬਚ ਕੇ ਰਹਿਣਾ ਪਊ, ਲੁਕ ਲੁਕ ਕੇ ਰਹਿਣਾ ਪਊਗਾ। ਆਜ਼ਾਦ ਜ਼ਿੰਦਗੀ ਨਹੀਂ ਜਿਉ ਸਕਾਂਗੇ। ਚਲੋ ਪਰਮਾਤਮਾ ਸਾਨੂੰ ਆਹ ਸਰੀਰ ਛੱਡਣ ਤੋਂ ਬਾਅਦ ਜਿਹੜੀ ਵੀ ਜੂਨ ਵਿੱਚ ਪਾਊਗਾ, ਉਹ ਬਾਹਰੋਂ ਆਪਾਂ ਦੇਖ ਲਓ। ਜੇ ਸੂਰ ਬਣਾਤਾ, ਫਿਰ ਕੀ ਕਰਾਂਗੇ? ਸਾਰਾ ਦਿਨ ਗੰਦਗੀ 'ਚ ਹੀ ਮੂੰਹ ਰਿਹਾ ਕਰੂਗਾ। ਸੋਚਣ ਵਾਲੀ ਗੱਲ ਹੈ ਨਾ। ਅੱਛਾ, ਆਹ ਸਰੀਰ ਛੱਡਣ ਤੋਂ ਬਾਅਦ ਜੇ ਸਰੀਰ 'ਚ ਹੀ ਦੁਬਾਰਾ ਆ ਗਏ, ਕਿੰਨਾ ਸੋਹਣਾ ਜੀਵਨ ਆ ਨਾ। ਆਹ ਮਨੁੱਖਾ ਦੇ ਧਰੀ ਪਈ ਆ, ਕਿਤੇ ਕਿਤੇ ਨਹੀਂ ਮਿਲਦੀ ਗੀ। ਇੱਥੇ ਜੰਮਣ ਮਰਨ ਦਾ ਚੱਕਰ ਕੀ ਹੈ? ਜਿਹੜਾ ਆਪਾਂ ਕਹਿੰਦੇ ਜੰਮਣ ਮਰਨ ਤੋਂ ਗੁਰੂ ਮੁਕਤ ਕਰਨ ਦਾ ਭਾਵ, ਸੁਰਤ ਕਰਕੇ ਬੰਦਾ ਕਰਤੂਤਾਂ ਤੋਂ ਮੁਕਤ ਹੋ ਜਾਂਦਾ ਗਾ। ਕਰਤੂਤ ਪਸ਼ੂ ਕੀ ਮਾਨਸ ਜਾਤ ਤੋਂ ਮੁਕਤ ਹੋ ਜਾਂਦਾ ਗਾ। ਸਰੀਰ ਛੱਡਣ ਤੋਂ ਬਾਅਦ ਸਰੀਰ ਮਿਲ ਜੇ, ਇਦੋਂ ਚੰਗਾ ਕੀ ਆ? ਆਪਾਂ ਅਰਦਾਸ ਕਰਦੇ ਆ ਨਾ ਵੀ ਪਰਮਾਤਮਾ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੀ। ਉਹਦਾ ਮਤਲਬ ਮੰਨੋ ਆਪਾਂ ਕੀ ਆ ਵੀ ਦੁਬਾਰਾ ਫੇਰ ਇਹਨੂੰ ਮਨੁੱਖਾ ਜੀਵਨ ਦੇ ਤੇ ਤੇਰੇ ਚਰਨਾਂ 'ਚ ਫੇਰ ਹੀ ਜੁੜੂਗਾ ਕਿ ਰੱਬ ਜੀ, ਫਿਰ ਤੇਰੇ ਸ਼ੁਕਰਾਨੇ ਵਿੱਚ ਜੁੜੂਗਾ। ਏਕ ਸ਼ਬਦ ਮੇਰਾ ਪ੍ਰਾਨ ਵਸਤ ਹੈ, ਬਹੁੜ ਜਨਮ ਨਾ ਆਵਾਂ। ਬਹੁੜ ਜਨਮ ਦੁਬਾਰਾ ਮੈਂ ਸੁਰਤ ਕਰਕੇ ਜੰਮਣ ਮਰਨ ਦੇ ਚੱਕਰ 'ਚ ਨਾ ਪਾਵਾਂ। ਮੈਨੂੰ ਇੰਨਾ ਹਿੰਮਤੀ ਬਣਾ, ਇੰਨਾ ਹਿੰਮਤੀ ਬਣਾ, ਇੰਨਾ ਉਦਮੀ ਬਣਾ, ਇੰਨਾ ਚੰਗਾ ਬਣਾ, ਮੈਂ ਆਪਣੀ ਜ਼ਿੰਦਗੀ ਨੂੰ ਸਦਾ ਵਾਸਤੇ ਮੁਕਤ ਕਰ ਸਕਾਂ, ਜਿਉਂਦਾ ਰਹਿ ਸਕਾਂ। ਮੈਂ ਮਰਾਂ ਨਾ ਮਰਿਆਂ ਵਾਲੇ ਕੰਮ ਕਰਾਂ ਤੇ ਨਾ ਮੈਂ ਮਰਾਂ। ਇੱਕ ਨਾ ਛੋਟੀ ਜੀ ਕਹਾਣੀ ਆ। ਕਹਾਣੀ ਤੋਂ ਭਾਵ ਕੀ ਹੁੰਦਾ? ਕਹੀ ਹੋਈ ਗੱਲ। ਉਹ ਗੱਲ ਸੀ ਜਾਂ ਨਾ ਸੀ ਉਹਦੇ ਬਾਰੇ ਗਰੰਟੀ ਨਹੀਂ, ਕਹੀ ਹੋਈ ਗੱਲ ਆ, ਕਹਾਣੀ। ਕਹਿੰਦੇ ਇੱਕ ਅਮੀਰ ਵਿਅਕਤੀ ਆ, ਰਾਜਾ ਕਹਿ ਲੋ। ਕਹਿੰਦੇ ਉਹਦੇ ਅੰਦਰ ਦੀ ਇੱਕ ਭਾਵਨਾ, ਉਹਦੇ ਭੈਣ ਆ, ਉਹਨੇ ਭੈਣ ਆਪਣੀ ਵਿਆਹਤੀ। ਅੰਦਰ ਦੀ ਇੱਕ ਭਾਵਨਾ ਬਣ ਗਈ, ਭੈਣ ਵਿਆਹਤੀ, ਬਹੁਤ ਤਕੜੇ ਕਰੇ।
ਅੱਜ ਵੀ ਭਾਵਨਾਵਾਂ ਸਾਡੀਆਂ ਇਹ ਹੈਗੀਆਂ ਨੇ, ਖਾਸ ਕਰਕੇ ਜਿਹੜੇ ਨਾ ਸੌਦੇਬਾਜ਼ ਵਿਆਹ ਕਰਾਉਂਦੇ ਨੇ, ਵਿਚੋਲੇ ਤਾਂ ਛੱਡੋ, ਹੁਣ ਉਹ ਸੌਦੇਬਾਜ਼ ਆਪਾਂ ਨੂੰ ਵਪਾਰੀ ਕਹਿ ਸਕਦੇ ਆ, ਦਲਾਲ ਨੇ ਜਿਹੜੇ, ਉਹਨਾਂ ਕੋਲੇ ਕੇਸ ਹੁੰਦੇ ਨੇ ਵੀ ਭਾਵਨਾ ਕੀ ਆ, ਮੈਂ ਉੱਥੇ ਵਿਆਹ ਕਰਾਉਣਾ ਜਿੱਥੇ ਜਿਹੜੀ ਭੈਣ ਨਾਲ, ਜਿਹੜੀ ਧੀ ਨਾਲ ਮੇਰਾ ਵਿਆਹ ਹੋ ਨਾ, ਉਹਦੇ ਕੋਈ ਭਰਾ ਨਾ ਹੋਵੇ। ਕਿਉਂ? ਕਹਿੰਦਾ ਉੱਥੋਂ ਦੀ ਜ਼ਮੀਨ, ਉੱਥੋਂ ਦਾ ਘਰ ਮੈਨੂੰ ਮਿਲ ਜੂ ਨਾ, ਤਾਂ ਕਰਕੇ ਵਿਆਹ ਉੱਥੇ ਕਰਾਉਣਾ ਮੈਂ। ਅੱਜ ਵੀ ਬਹੁਤ ਕੇਸ ਨੇ ਇਹ ਦਲਾਲਾਂ ਨੂੰ ਪਤਾ ਹੁੰਦਾ ਵੀ ਕਿੱਥੇ ਕਿੱਥੇ ਕੇਸ ਪਏ ਨੇ। ਤੇ ਨਹੀਂ, ਸਿਆਣੇ ਬੰਦੇ ਦੀ ਭਾਵਨਾ ਕੀ ਹੁੰਦੀ, ਪਰਿਵਾਰ ਵਧੇ ਫੁੱਲੇ, ਅੱਗੇ ਵੀ ਵਧਿਆ ਹੋਵੇ, ਪਿੱਛੇ ਵੀ ਵਧਿਆ ਹੋਵੇ, ਵਧੇ ਫੁੱਲੇ ਪੂਰਾ ਫਲਾਹ ਹੋਣਾ ਚਾਹੀਦਾ ਗਾ, ਕੱਲ ਨੂੰ ਦੁੱਖ ਦੇ ਸੁੱਖ ਦੇ 10 ਖੜੇ ਹੋਣ। ਚਲੋ ਕਹਿੰਦੇ ਉਹ ਰਾਜੇ ਦੇ ਅੰਦਰ ਇੱਕ ਭਾਵਨਾ ਬਣ ਗਈ। ਭੈਣ ਤਾਂ ਹੁਣ ਬਹੁਤ ਅਮੀਰ ਘਰੇ ਵਿਆਹਤੀ ਸੀ, ਲਾਲਚੀ ਸੀ ਉਹ, ਲਾਲਚੀ। ਭਾਵਨਾ ਕੀ ਬਣ ਗਈ, ਭੈਣ ਦੇ ਘਰ ਬੱਚਾ ਪੈਦਾ ਹੋ ਗਿਆ। ਕਹਿੰਦਾ ਵੀ ਜੇ ਇਹ ਬੱਚਾ ਜਿਉਂਦਾ ਰਹਿ ਗਿਆ, ਜਿੰਨੀ ਮੇਰੀ ਭੈਣ ਦੀ ਪ੍ਰਾਪਰਟੀ ਆ ਸਾਰੀ ਦਾ ਮਾਲਕ ਬਣ ਜੂ। ਬਣਨਾ ਹੀ ਬਣਨਾ, ਤਾਂ ਕੁਦਰਤੀ ਗੱਲ ਆ, ਨਿਯਮ ਆਗਾ। ਜੇ ਹੋਈਏ ਨਾ ਤਾਂ ਆਪਾਂ ਬੱਚਾ ਮਰਵਾ ਦਈਏ ਜਾਂ ਮਾਰ ਦਈਏ, ਮਰਵਾ ਦਈਏ ਜਾਂ ਮਾਰ ਦਈਏ। ਕਿਉਂ? ਜਿਹੜਾ ਮੇਰਾ ਬੱਚਾ ਨਾ, ਨਾਲੇ ਤਾਂ ਇਹ ਇੱਥੋਂ ਵਾਲੀ ਢੇਰੀ ਤੇ ਕਬਜ਼ਾ ਕਰ ਲੂਗਾ, ਨਾਲੇ ਆਪਦੀ ਭੂਆ ਵਾਲੀ ਢੇਰੀ ਤੇ ਕਬਜ਼ਾ ਕਰ ਲੂਗਾ ਜੇ ਬੱਚਾ ਮਰ ਜੇ। ਕਹਿੰਦੇ ਨਾ ਉਹਨੇ ਕੀ ਕੀਤਾ, ਬੱਚਾ ਥੋੜਾ ਜਿਹਾ ਵੱਡਾ ਹੋਇਆ, ਕਹਿੰਦਾ ਭੈਣ ਮੇਰੀਏ ਤੂੰ ਦੁਖੀ ਨਾ ਹੋ, ਤੇਰੇ ਬੱਚੇ ਨੂੰ ਨਾ ਮੇਰੇ ਕੋਲੇ ਛੱਡ, ਇਹਨੂੰ ਮੈਂ ਚੰਗਾ ਬਣਾ ਦੂੰ, ਵਧੀਆ ਬਣਾ ਦੂੰਗਾ, ਚੰਗਾ ਬਣਾਉਂ, ਵਧੀਆ ਬਣਾਉਂਗਾ। ਕੀਤਾ ਕਿ ਬੱਚੇ ਨੂੰ ਲਿਆਇਆ, ਵਧੀਆ ਖਾਣ ਪੀਣ, ਚੰਗਾ ਰਹਿਣ ਸਹਿਣ ਕੀਤਾ। ਕੁਛ ਟਾਈਮ ਬਾਅਦ ਕਹਿੰਦੇ ਨਾ ਉਹਨੇ ਇੱਕ ਕਮਰਾ ਜਿਹਾ ਬਣਾ ਲਿਆ। ਕਿਹੋ ਜਿਹਾ ਕਮਰਾ ਬਣਾ ਲਿਆ, ਜਿਹਦੇ 'ਚ 4 ਚੁਫੇਰੇ ਬਰਫ ਹੀ ਬਰਫ ਆ, ਠੰਡੀ ਠੰਡਾ, ਇੰਨੀ ਠੰਡਾ ਜਦੋਂ ਉਹਦੇ ਵਿੱਚ ਵਿਅਕਤੀ ਵੜ ਜਾਵੇ, ਅੰਦਰ ਐਂਟਰ ਹੋ ਜਾਵੇ, ਤਾਂ ਨਾਲ ਦੀ ਨਾਲ ਸੁੰਗੜ ਕੇ ਮਰ ਜਾਂਦਾ, ਦਮ ਘੁੱਟ ਕੇ ਸੁੰਗੜ ਕੇ ਨਾ, ਠੰਡ ਇੰਨੀ ਆ, ਮਰ ਜਾਂਦਾਗਾ। ਤੇ ਬੱਚੇ ਨੂੰ ਉਵੇਂ ਕੀਤਾ, ਬੱਚਾ ਮਰ ਗਿਆ। ਸੰਖੇਪ ਅੱਖ, ਫਿਰ ਬੱਚਾ ਹੋ ਗਿਆ, ਉਹਦੇ ਨਾਲ ਵੀ ਇਹੀ ਕੀਤਾ। ਤੀਜਾ ਬੱਚਾ ਹੋ ਗਿਆ, ਉਹਦੇ ਨਾਲ ਵੀ ਇਹੀ ਕੀਤਾ। ਭਾਵਨਾ ਕੀ ਆ, ਦੋਨੇ ਪਾਸੇ ਮੇਰਾ ਪੁੱਤ ਢੇਰੀ ਦਾ ਮਾਲਕ ਬਣ ਜੇ। ਹੁਣ ਕਹਿੰਦੇ ਇੱਕ ਅੱਗੇ ਫਿਰ ਬੱਚਾ ਹੋ ਗਿਆ, ਉਹ ਬੱਚਾ ਸੀ ਗੂੰਗਾ ਤੇ ਬੋਲਾ। ਜਿਹੜਾ ਅਗਲਾ ਬੱਚਾ ਕਈ ਬੱਚਿਆਂ ਬਾਅਦ ਪੈਦਾ ਹੋਇਆ, ਗੂੰਗਾ ਵੀ ਸੀ ਤੇ ਬੋਲਾ ਵੀ ਸੀ। ਕਹਿੰਦੇ ਜਦੋਂ ਉਹ ਬੱਚਾ ਪੈਦਾ ਹੋਇਆ ਨਾ, ਉਹਦਾ ਥੋੜਾ ਜਿਹਾ ਵੱਡਾ ਹੋਇਆ, ਪਤਾ ਲੱਗਿਆ ਵੀ ਗੂੰਗਾ ਵੀ ਆ, ਬੋਲਾ ਵੀ ਆ। ਕਹਿੰਦਾ ਭੈਣ ਮੇਰੀਏ ਪਹਿਲਾਂ ਵਾਲੇ ਤਾਂ ਚਲੋ ਬੱਚੇ ਨਹੀਂ ਬਚ ਸਕੇ, ਉਹ ਪਰਮਾਤਮਾ ਦਾ ਕੋਈ ਐਸਾ ਹੁਕਮ ਹੋਇਆ, ਭਾਣਾ ਹੋਇਆ, ਮਰ ਗਏ ਕੁਦਰਤੀ ਤੌਰ ਤੇ। ਇਹ ਬੱਚੇ ਨੂੰ ਤਾਂ ਖਾਸ ਕਰਕੇ ਸੰਭਾਲਣ ਦੀ ਲੋੜ ਆ। ਕਿਉਂ? ਵਿਚਾਰਾ ਗੂੰਗਾ ਵੀ ਆ, ਵਿਚਾਰਾ ਬੋਲਾ ਵੀ ਆ। ਭੈਣ ਕੋਲ ਜਾ ਕੇ ਪਹਿਲਿਆਂ ਦਾ ਦੁੱਖ ਮਨਾਉਂਦਾਗਾ, ਦੁੱਖ ਸਾਂਝਾ ਕਰਦਾਗਾ, ਉਧਰ ਉਧਰ ਹੀ ਗੱਲਾਂ ਬਾਤਾਂ ਕਰਦਾ, ਤੇ ਆਹ ਬੱਚਾ ਤਾਂ ਮੈਨੂੰ ਲਾਜ਼ਮੀ ਦੇ। ਹੁਣ ਸਿਆਣੇ ਦੀ ਕਹਾਵਤ ਆ ਗਈ ਵੀ ਕਦੇ ਨਾ ਕਦੇ ਤਾਂ ਜਾ ਕੇ ਕਿਸੇ ਬੰਦੇ ਨੂੰ ਪਤਾ ਲੱਗ ਹੀ ਜਾਂਦਾ ਨਾ ਵੀ ਮੇਰੇ ਪਹਿਲੇ ਬੱਚੇ ਕਿਵੇਂ ਮਰੇ, ਕੀ ਕਾਰਨ ਬਣਿਆ। ਛੂਹ ਮਿਲ ਹੀ ਜਾਂਦੀ ਆ। ਪਰ ਭੈਣ ਆ ਗਈ, ਕੋਈ ਗੱਲ ਨਹੀਂ ਵੀਰਾ, ਤੂੰ ਮਾੜਾ ਤਾਂ ਨਹੀਂ ਕਰੇਗਾ। ਕਦੇ ਕਦੇ ਅੰਦਰ ਸੋਚ ਲੈਂਦੀ ਹੈ ਮਾੜਾ ਨਹੀਂ ਕਰੇਗਾ, ਲੈ ਜਾ, ਕੋਈ ਗੱਲ ਨਹੀਂ। ਤੇ ਗੂੰਗੇ ਨੂੰ ਸਮਝਾਇਆ ਕਿ ਆ ਪੁੱਤ, ਗੂੰਗੇ ਦੀ ਮਾਂ ਗੂੰਗੇ ਦੀਆਂ ਰਮਜਾਂ ਜਾਣਦੀ ਹੈ ਨਾ, ਪੁੱਤ ਪਹਿਲਾਂ ਇਹਨੇ 2-3 ਬੱਚੇ ਨਾ ਪਤਾ ਨਹੀਂ ਤਾਂ ਮਾਰਤੇ, ਪਤਾ ਨਹੀਂ ਮਰ ਗਏ, ਪਰ ਮੈਂ ਤੇਰੀ ਅਰਦਾਸ ਕਰਦੀ ਆ ਵਾਹਿਗੁਰੂ ਅੱਗੇ, ਤੂੰ ਆਪਣੇ ਮਾਮੇ ਤੋਂ ਨਾ ਬਚ ਕੇ ਰਹੀ, ਬਚ ਕੇ ਰਹੀ। ਮਤਲਬ ਉਹਨੂੰ ਰਮਜ ਦੇਤੀ, ਸਮਝਾ ਦਿੱਤਾ। ਹੁਣ ਬੱਚਾ ਹੁਸ਼ਿਆਰ ਹੈਗਾ, ਚਲਾ ਗਿਆ ਮਾਮੇ ਦੇ ਘਰੇ। ਮਾਮੇ ਦਾ ਜੋ ਵਿਹਾਰ ਹੈ ਉਹਦੇ ਤੋਂ ਬੋਲੇ ਨੇ, ਉਹ ਗੂੰਗੇ ਨੇ ਅੰਦਾਜ਼ਾ ਲਾ ਲਿਆ ਵੀ ਇਹਦੀ ਜਿਹੜੀ ਅੰਦਰ ਦੀ ਭਾਵਨਾ ਨਾ, ਉਹ ਬਿਲਕੁਲ ਗਲਤ ਆ। ਜਿਹੜੇ ਪਹਿਲੇ ਮੇਰੇ 2-3 ਭਰਾ ਮਰ ਗਏ ਨਾ, ਉਹਨਾਂ ਦੇ ਮਰਨ ਦਾ ਕਾਰਨ ਇਹੀ ਆ, ਪਤਾ ਲੱਗ ਗਿਆ। ਹੁਣ ਜਿਹੜਾ ਉਹ ਬਰਫ ਵਾਲਾ ਕਮਰਾ ਤਿਆਰ ਕੀਤਾ, ਉਹਦੇ ਵਿੱਚ ਹੀ ਫੇਰ ਬੰਦ ਕਰ ਦਿੱਤਾ ਗੂੰਗੇ ਨੂੰ, ਬੋਲੇ ਨੂੰ। ਜਿਹੜਾ ਗੂੰਗਾ ਬੋਲਾ ਸੀ ਉਹਦੇ ਵਿੱਚ ਬੰਦ ਕਰ ਦਿੱਤਾ। ਹੁਣ ਇਹਨੇ ਸੋਚਿਆ ਵੀ ਪਹਿਲਾਂ ਵਾਲੇ ਬੱਚੇ ਵੀ ਇੱਥੇ ਮਾਰੇ ਹੋਣਗੇ, ਇੱਥੇ ਮਾਰੇ ਹੋਣਗੇ। ਇਹਦੀ ਕਹਾਣੀ ਇਹੀ ਆ ਵੀ ਮਾਰ ਦੇਣਾ ਤੇ ਮੇਰੀ ਭੈਣ ਵਾਲਾ ਸਾਰਾ ਸਾਜੋ ਸਮਾਨ ਮੈਨੂੰ ਮਿਲ ਜਾਵੇ। ਹੁਣ ਇਹ ਗੂੰਗੇ ਨੇ ਕੀ ਕੀਤਾ, ਬਾਹਰੋਂ ਲੋਕ ਲੱਗ ਗਿਆ, ਕਮਰਾ ਅੰਦਰੋਂ ਠੰਡਾ ਹੈਗਾ, ਬਹੁਤ ਜ਼ਿਆਦਾ ਠੰਡਾ, ਆਕੜ ਕੇ ਸੁਬਾਹ ਤੱਕ ਮਰ ਜੂਗਾ ਵੀ ਜਿਵੇਂ ਪਹਿਲਾਂ ਵਾਲੇ ਮਰ ਗਏ ਵੀ ਮਰ ਜੂ। ਇਹਨੇ ਗੂੰਗੇ ਨੇ ਤਾਂ ਸਾਰੀ ਰਾਤ ਪ੍ਰੈਕਟਿਸ ਕਰਨੀ ਸ਼ੁਰੂ ਕਰ ਦਿੱਤੀ, ਡੰਡ ਬੈਠਕਾਂ ਜਿਹਨੂੰ ਆਪਾਂ ਕਹਿੰਦੇ ਲਾਉਣੀਆਂ ਸ਼ੁਰੂ ਕਰ ਦਿੱਤੀਆਂ। ਜਾਣੀ ਕਿ ਬੈਠਾ ਨਹੀਂ, ਸਾਰੀ ਰਾਤ ਆਪਣੇ ਸਰੀਰ ਦੀ ਜਿੰਨੀ ਤਾਕਤ ਸੀ ਤੜਕੇ ਤੱਕ ਸਾਰੀ ਲਾਤੀ ਨੇ। ਪਰ ਤੜਕੇ ਜਦੋਂ ਭੇਜੇ ਨਾ ਜਲਾਦ ਵੀ ਜਾਓ ਉਹਨੂੰ ਸੁੱਟ ਆਓ, ਕੱਢ ਕੇ ਉੱਥੇ ਮਰ ਗਿਆ ਹੋਊਗਾ, ਹੋਇਆ ਕਿ ਉਲਟ ਕਹਾਣੀ, ਇਹ ਜਿਉਂਦਾ ਬੈਠਾ ਗਾ।
ਜਿਉਂਦਾ ਬੈਠਾ ਨਾ, ਜਦੋਂ ਜਿਉਂਦਾ ਬੈਠਾਗਾ ਜਲਾਦ ਹੈਰਾਨ ਵੀ ਇਹ ਕਿਉਂ ਨਹੀਂ ਮਰਿਆਗਾ, ਇਹ ਕਿਉਂ ਨਹੀਂ ਮਰਿਆਗਾ। ਇਹਦੇ ਨਾ ਮਰਨ ਦਾ ਕਾਰਨ ਜਲਾਦਾਂ ਨੂੰ ਤਰਸ ਆ ਗਿਆ ਵੀ ਯਾਰ ਪਹਿਲੇ ਬੱਚੇ ਵੀ ਆਪਾਂ ਬੰਦ ਕਰਦੇ ਰਹੇ, ਚੱਕ ਕੇ ਸੁੱਟ ਆਉਂਦੇ ਰਹੇ, ਕਹਿੰਦੇ ਤੂੰ ਕਿਵੇਂ ਬਚ ਗਿਆ। ਉਹਨੇ ਦੱਸ ਦਿੱਤਾ ਵੀ ਆਹ ਤਰੀਕੇ ਨਾਲ ਬਚਿਆਗਾ। ਹੁਣ ਰਾਜੇ ਨੂੰ ਜਲਾਦ ਜਾ ਕੇ ਕਹਿੰਦੇ ਨੇ, ਕਹਿੰਦੇ ਤੇਰਾ ਭਾਣਜਾ ਤਾਂ ਗਿਆ ਬਚ, ਉਹਨੇ ਤਾਂ ਚਾਲੇ ਪਾਤੇ ਆਪਦੀ ਭੈਣ ਬੰਨੀ, ਹੁਣ ਚੇਤਾ ਰੱਖੀ ਤੇਰੀ ਖੈਰ ਨਹੀਂ। ਕਿਉਂਕਿ ਜਿਹੜਾ ਬੰਦਾ ਬਰਫ਼ ਦੇ ਵਿੱਚ ਰਹਿੰਦਾ ਹੋਇਆ, ਇੰਨੀ ਠੰਡ ਦੇ ਵਿੱਚ ਰਹਿੰਦਾ ਹੋਇਆ ਆਪਣੇ ਆਪ ਨੂੰ ਬਚਾ ਗਿਆ ਤੇ ਉਹਨੂੰ ਤੇਰੇ ਗੁੱਝੇ ਭੇਦਾਂ ਦਾ ਪਤਾ ਲੱਗ ਗਿਆ, ਉਹ ਛੱਡੇਗਾ ਤੈਨੂੰ ਨਹੀਂ ਹੋਣਾ, ਖੈਰ ਤੇਰੀ ਕਰੀ। ਮਤਲਬ ਕਹਿਣ ਤੋਂ ਭਾਵ ਉਸ ਵਕਤ ਕਿਹੋ ਜੀ ਭਾਵਨਾ ਬਣਦੀ ਹੈ ਕਿ ਮਨੁੱਖ ਦੀ ਵੀ ਮੈਂ ਆਹ ਕੁਛ ਕਰਾਂ ਤੇ ਆਹ ਕੁਛ ਕਰਨ ਦੇ ਨਾਲ ਆਹ ਕੁਛ ਮਿਲ ਜੂਗਾ। ਇਸੇ ਹੀ ਭਾਵਨਾ ਨੂੰ ਗੁਰੂ ਨਾਨਕ ਸਾਹਿਬ ਕਹਿੰਦੇ ਨਾ, ਤੂੰ ਹਿਰਦੇ ਦੀ ਘਾਟ ਤੇ ਨਵਾ, ਹਿਰਦੇ ਦੀ ਆਹ ਘਾਟ ਤੇ ਨਾ ਨਵਾ, ਆਪਣੇ ਹੱਥਾਂ ਨੂੰ, ਪੈਰਾਂ ਨੂੰ, ਕੰਨਾਂ ਦੀ ਸਰੋਤ ਨੂੰ, ਜ਼ੁਬਾਨ ਦੇ ਬੋਲਾਂ ਨੂੰ, ਅੱਖਾਂ ਦੀ ਦ੍ਰਿਸ਼ਟੀ ਨੂੰ ਹਿਰਦੇ ਰੂਪੀ ਘਾਟ ਤੇ ਨਵਾ। ਇੱਕ ਸ਼ਬਦ ਮੇਰਾ ਪ੍ਰਾਨ ਵਸਤ ਹੈ, ਫਿਰ ਇੱਕ ਸ਼ਬਦ ਤੈਨੂੰ ਸਦਾ ਲਈ ਜਿਉਂਦਾ ਰੱਖ ਸਕਦਾ ਗਾ, ਉਹ ਸ਼ਬਦ ਗੁਰੂ ਵੱਲੋਂ ਦਿੱਤੀ ਹੋਈ ਤਾਕਤ ਆ। ਜਿਵੇਂ ਗੂੰਗਾ ਬਚ ਗਿਆ ਨਾ, ਤੂੰ ਸਦਾ ਲਈ ਆਪਣੇ ਮਾਮੇ ਦੀ ਚੁੰਗਲ ਤੋਂ, ਗਲਤ ਭਾਵਨਾ ਤੋਂ, ਲੋਕਾਂ ਦੀਆਂ ਗਲਤ ਭਾਵਨਾ ਤੋਂ ਬਚ ਸਕਦਾ। ਸਦਾ ਲਈ ਤੂੰ ਕਾਮ, ਕ੍ਰੋਧ, ਲੋਭ, ਹੰਕਾਰ ਰੂਪੀ ਵਿਸ਼ੇ ਵਿਕਾਰਾਂ ਤੋਂ ਬਚ ਸਕਦਾ ਜੇ ਹਿੰਮਤ ਕਰੇ ਤਾਂ। ਜੇ ਆਪਣੇ ਸਰੀਰ ਨੂੰ ਨਾਨਕ ਦੇ ਘਾਟ ਤੇ ਲਿਆਵੇਂ, ਨਾਨਕ ਨੇ ਤੇਰੇ ਹਿਰਦੇ 'ਚ ਪਾਣੀ ਪਾ ਦਿੱਤਾ ਬਾਣੀ ਦਾ, ਉੱਥੇ ਆਪਣੇ ਆਪ ਨੂੰ ਨਮਾਉਣਾ ਸ਼ੁਰੂ ਕਰ ਦੇਵੇਂ। ਫਿਰ ਪਾਤਸ਼ਾਹ ਨੇ ਕੀ ਲਿਖਿਆਗਾ, ਏਕ ਸ਼ਬਦ ਮੇਰਾ ਪ੍ਰਾਨ ਵਸਤ ਹੈ, ਬਹੁੜ ਜਨਮ ਨਾ ਆਵਾਂ। ਫਿਰ ਰਹਾਉ ਵਾਲਾ ਬੰਦ ਫਿਰ ਆ ਗਿਆ, ਮਨ ਵੇਧਿਆ ਦਿਆਲ ਸੇਤੀ, ਮੇਰੀ ਮਾਈ ਕੌਣ ਜਾਣੈ ਪੀਰ ਭਰਾਈ। ਸਾਡਾ ਦਰਦ ਦੂਜਾ ਨਹੀਂ ਕੋਈ ਜਾਣ ਸਕਦਾ, ਇੱਕ ਦਰਦ ਸੁਣਨ ਵਾਲਾ ਹੈ ਤਾਂ ਪਰਮਾਤਮਾ ਹੈ। ਅਗੰਮ ਅਗੋਚਰ ਅਲਖ ਅਪਾਰਾ, ਚਿੰਤਾ ਕਰੋ ਹਮਾਰੀ। हे ਵਾਹਿਗੁਰੂ ਜੀ, ਮੇਰੇ ਗਿਆਨ ਇੰਦਰੀਆਂ ਦੀ ਪਹੁੰਚ ਤੋਂ ਪਰੇ ਪਰਮਾਤਮਾ ਜੀ ਮੇਰੀ ਚਿੰਤਾ ਕਰ, ਮਤਲਬ ਮੇਰਾ ਫਿਕਰ ਕਰ, ਮੈਂ ਨਿਵਾਣਾਗਾ। ਮੇਰੇ ਤੇ ਤਰਸ ਕਰ, ਤੂੰ ਤਰਸ ਦਾ ਪਾਤਰ ਹੈਗਾ, ਤਰਸ ਦਾ ਖਜ਼ਾਨਾ ਗਾ। ਫਿਰ ਪਾਤਸ਼ਾਹ ਜੀ ਕਹਿੰਦੇ, ਆਗਮ ਅਗੋਚਰ ਅਲਖ ਅਪਾਰਾ, ਚਿੰਤਾ ਕਰੋ ਹਮਾਰੀ। ਜਲ ਥਲ ਮਹੀਅਲ ਭਰਪੁਰ ਲੀਣਾ, ਘਟ ਘਟ ਜੋਤ ਤੁਮਾਰੀ। ਹਰ ਇੱਕ ਦੇ ਵਿੱਚ ਤੇਰੀ ਜੋਤ ਆ ਜਿਹੜੀ ਉਹ ਸਮਾਈ ਵੀ ਆ, ਹਰ ਇੱਕ ਦੇ ਵਿੱਚ ਤੂੰ ਆਪ ਵਸਿਆ ਵਿਆਂਗਾ। ਕਿਸੇ ਤੇ ਧੱਕਾ ਜ਼ਬਰਦਸਤੀ ਨਾ ਕਰ ਤੇ ਨਾ ਕਰਵਾ। ਫਿਰ ਪਾਤਸ਼ਾਹ ਜੀ ਲਿਖਦੇ ਨੇ, ਸਿੱਖ ਮਤ ਸਭ ਬੁੱਧ ਤੁਮਾਰੀ। ਸਿੱਖ ਤੋਂ ਭਾਵ ਕੀ ਆ, ਸਿੱਖਣਾ। ਇਹ ਸਿੱਖਿਆ ਤੇਰੀ ਆ ਸਿੱਖ। ਇਹ ਸਿੱਖਿਆ ਜਾਂਦੀ ਕਿੱਥੇ ਆ, ਮੱਤ 'ਚ। ਮੱਤ ਨਾਲ ਜਾ ਕੇ ਅਟੈਚ ਹੁੰਦੀ ਆ, ਮੱਤ ਵੀ ਤੇਰੀ ਆ। ਸਿੱਖ ਮੱਤ ਸਭ ਬੁੱਧ ਤੁਮਾਰੀ। ਬੁੱਧ ਸਿਆਣਪ, ਜੇ ਮੈਂ ਸਿਆਣਾ ਹਾਂ ਤਾਂ ਇਹ ਵੀ ਤੇਰੇ ਕਰਕੇ ਹੀ ਹਾਂ। ਜੇ ਗੂੰਗਾ ਬਚ ਗਿਆ ਨਾ, ਜਦੋਂ ਅੰਦਰ ਸਿਆਣਪ ਆਈ ਤਾਂ ਉਹ ਪਰਮਾਤਮਾ ਨਹੀਂ ਬਚਾਇਆ, ਵਾਹਿਗੁਰੂ ਨਹੀਂ ਬਚਾਇਆ। ਪਹਿਲਿਆਂ ਨੇ ਹਿੰਮਤ ਨਹੀਂ ਕੀਤੀ, ਆਪਣੇ ਆਪ ਨੂੰ ਪ੍ਰੈਕਟਿਸ ਦੇ ਨਾਲ, ਮਿਹਨਤ ਦੇ ਨਾਲ ਜੋੜਿਆ ਨਹੀਂ ਹੈ, ਉਹ ਮਰ ਗਏ। ਸਾਡੇ ਤੋਂ ਪਹਿਲੇ ਜੋ ਵੀ ਸੱਜਣ ਆਏ ਇਸ ਘਰ ਦੇ ਵਿੱਚ, ਆਹ ਧਰਤੀ ਤੇ, ਉਹ ਵੀ ਵਿਚਾਰੇ ਐਂ ਤੁਰ ਗਏ। ਕਿਉਂਕਿ ਉਹਨਾਂ ਨੇ ਗੁਰੂ ਨਾਨਕ ਪਾਤਸ਼ਾਹ ਦੀ ਕੋਲੋਂ ਨਾ ਮਿਹਨਤ ਕਰਨੀ ਨਹੀਂ ਸਿੱਖੀ ਗਈ। ਤੇ ਆਪਾਂ ਮਿਹਨਤ ਕਿਹੜੀ ਕਰਨੀ ਸੀ, ਮਨ ਮੰਦਰ ਤਨ ਵੇਸ ਕਲੰਦਰ। ਮਨ ਨੂੰ ਮੰਦਰ ਬਣਾ ਕੇ, ਟੋਭਾ ਬਣਾ ਕੇ, ਸਰੋਵਰ ਬਣਾ ਕੇ, ਮਨ ਮੰਦਰ ਤਨ ਵੇਸ ਕਲੰਦਰ, ਉਹਦੇ ਵਿੱਚ ਆਪਣੇ ਤਨ ਨੂੰ ਨਮਾਉਣਾ ਸੀ। ਘਟ ਹੀ ਤੀਰਥ ਨਾਵਾ, ਇੱਕ ਸ਼ਬਦ ਮੇਰਾ ਪ੍ਰਾਣ ਵਸਤ ਹੈ, ਬੋੜ ਜਨਮ ਨਾ ਆਵਾ। ਇੱਥੇ ਪਾਤਸ਼ਾਹ ਜੀ ਕਹਿੰਦੇ, ਸਿੱਖ ਮਤ ਸਭ ਬੁੱਧ ਤੁਮਾਰੀ, ਮੰਦਰ ਛਾਵਾਂ ਤੇਰੇ, ਤੁਝ ਬਿਨ ਅਵਰ ਨਾ ਜਾਣਾ ਮੇਰੇ ਸਾਹਿਬਾ। ਫਿਰ ਕਰਨਾ ਕੀ ਆ, ਗੁਣ ਗਾਵਾਂ ਨਿਤ ਤੇਰੇ, ਤੇਰੇ ਮੈਂ ਰੋਜ਼ ਗੁਣ ਗਾਵਾਂ, ਐਸਾ ਮੇਰਾ ਜੀਵਨ ਬਣ ਜਾਵੇ। ਲਾਸਟ ਵਿੱਚ ਫਿਰ ਗੁਰੂ ਸਾਹਿਬ ਜੀ ਕਹਿੰਦੇ ਨੇ, ਜੀ ਜੰਤ ਸਭ ਸ਼ਰਨ ਤੁਮਾਰੀ। हे ਪ੍ਰਮਾਤਮਾ, ਜਿੰਨੇ ਵੀ ਜੀਵ ਨੇ, ਜਿੰਨੇ ਵੀ ਜੀਵ ਨੇ, ਇੱਥੇ ਗੱਲ ਗੁਰੂ ਤੇ ਸਿੱਖ ਦੀ ਨਹੀਂ ਹੈ, ਇੱਥੇ ਗੱਲ ਜੀਵਾਂ ਦੀ ਤੇ ਪ੍ਰਮਾਤਮਾ ਦੀ ਆ। ਗੱਲ ਉੱਪਰਲੀ ਆ, ਪ੍ਰਮਾਤਮਾ ਦੀ ਤੇ ਜੀਵਾਂ ਦੀ। ਜਿੰਨੇ ਵੀ ਜੀਵ ਨੇ, ਕੀੜੀ ਹਾਥੀ ਜੋ ਵੀ ਨੇ, ਸਭ ਸ਼ਰਨ ਤੁਮਾਰੀ। ਜੀ ਜੰਤ ਸਭ ਸ਼ਰਨ ਤੁਮਾਰੀ, ਮੰਦਰ ਛਾਵਾਂ ਤੇਰੇ। ਤੇਰੇ ਮੰਦਰ ਬਣਾਏ ਹੋਏ ਵਿੱਚ ਤੂੰ ਆਪ ਰਹਿ ਰਿਹਾਗਾ, ਆਪ ਹੀ ਰਹਿ ਰਿਹਾ ਨਾ। ਕੀੜੀ ਵਿੱਚ ਵੀ ਆਪ ਹੀ ਰਹਿਣ ਨੂੰ ਨਿੱਕਾ ਜਿਹਾ ਮੰਦਰ ਬਣਾ ਲਿਆ,
ਹਾਥੀ ਬੇਲ ਮੱਸੀ ਉਹ ਵੱਡੇ ਵੱਡੇ ਮੰਦਰ ਬਣਾ ਲਏ, ਉਹਨਾਂ ਵਿੱਚ ਵੀ ਤੂੰ ਰਹਿ ਰਿਹਾਂਗਾ। ਜੀ ਜੰਤ ਸਭ ਸ਼ਰਨ ਤੁਮਾਰੀ, ਉਹ ਤੇਰੀ ਸ਼ਰਨ ਵਿੱਚ ਰਹਿੰਦੇ ਨੇ। ਤੂੰ ਹਰ ਥਾਂ ਤੇ ਹੈ, ਉਹ ਤੇਰੇ ਵਿੱਚ ਰਹਿੰਦੇ ਨੇ, ਤੂੰ ਉਹਨਾਂ ਵਿੱਚ ਰਹਿਣਾਗਾ। ਆਪਸ ਵਿੱਚ ਕੀ ਬਣ ਗਿਆ? ਤਾਣਾ ਪੇਟਾ ਬਣ ਗਿਆ। ਤਾਣਾ ਪੇਟਾ ਆਪਸ ਵਿੱਚ ਰਲ ਮਿਲ ਗਏ। ਕਿਤੇ ਵੀ ਇਹ ਨਹੀਂ ਕਹਿ ਸਕਦਾ ਵੀ ਮੈਂ ਤੂੰ ਹੈ ਹੀ ਨਹੀਂਗਾ, ਤੂੰ ਹਰ ਥਾਂ ਤੇ ਹਾਜ਼ਰ ਹੈ। ਜੀ ਜੰਤ ਸਭ ਸ਼ਰਨ ਤੁਮਾਰੀ, ਸਰਬ ਚਿੰਤੁਤ ਪਾਸੇ, ਜੋ ਤੁਧ ਭਾਵੈ। ਅੱਗੇ ਕੀ ਲਿਖਿਆ? ਸੋਈ ਚੰਗਾ। ਬਸ ਅਸਲ ਦੇ ਵਿੱਚ ਉਹੀ ਚੰਗਾ ਜੋ ਤੈਨੂੰ ਭਾਉਂਦਾ। ਮੈਂ ਤਾਂ ਗੂੰਗੇ ਵਾਂਗੂ ਨਾ ਹਿੰਮਤ ਕਰਨੀ ਆ, ਹਿੰਮਤ ਕਰੂੰਗਾ ਬਚ ਜਾਵਾਂਗਾ, ਤੇ ਨਹੀਂ ਤਾਂ ਤੇਰੇ ਹੁਕਮ ਦੇ ਵਿੱਚ ਮਰ ਵੀ ਸਕਦਾ। ਤੇਰੇ ਹੁਕਮ ਦੇ ਵਿੱਚ ਮੈਂ ਸੋਹਣੀ ਜ਼ਿੰਦਗੀ ਵੀ ਜਿਉ ਸਕਦਾ। ਤੇਰੇ ਹੁਕਮ ਦੇ ਵਿੱਚ ਹਿਰਦੇ ਰੂਪੀ ਘਟ ਨੂੰ ਮੈਂ ਸ਼ਬਦ ਰੂਪੀ ਪਾਣੀ ਨਾਲ ਭਰ ਕੇ ਰੋਜ਼ ਅੱਖਾਂ ਨੂੰ, ਹੱਥਾਂ ਨੂੰ, ਜ਼ੁਬਾਨ ਨੂੰ, ਕੰਨਾਂ ਦੀ ਸਰੋਤ ਨੂੰ ਨਵਾ ਵੀ ਸਕਦਾਗਾ ਤੇਰੇ ਨਾਲ ਜੁੜ ਕੇ। ਜੇ ਤੇਰੇ ਨਾਲ ਨਾ ਜੁੜਿਆ ਫਿਰ ਉਹ ਨਹਾਉਣ ਤੋਂ ਹੀ ਨਹੀਂ ਰਹਿ ਜਾਣਗੇ। ਤਨ ਨੂੰ ਤਾਂ ਨਵਾ ਲੂੰਗਾ, ਪਰ ਤਨ ਨਾਲ ਜੁੜੇ ਹੋਏ ਗਿਆਨ ਇੰਦਰੇ ਉਹ ਨਹੀਂ ਨਹਾ ਸਕਣਗੇ। ਫਿਰ ਪਾਤਸ਼ਾਹ ਜੀ ਲਿਖਦੇ ਨੇ, ਜੋ ਤੁਧ ਭਾਵੈ ਸੋਈ ਚੰਗਾ, ਇੱਕ ਨਾਨਕ ਕੀ ਅਰਦਾਸੇ। ਨਾਨਕ ਦੀ ਤਾਂ ਇੱਕ ਤੇਰੇ ਅੱਗੇ ਨਾ ਜੋਦੜੀ ਹੀ ਹੈ। ਉਹ ਨਾਨਕ ਦਾ ਰੂਪ ਕੌਣ? ਅਸੀਂ। ਸਾਡੀ ਤਾਂ ਇੱਕ ਪ੍ਰਮਾਤਮਾ ਜੀ ਤੇਰੇ ਅੱਗੇ ਬੇਨਤੀ ਹੀ ਹੈ, ਜੋਦੜੀ ਹੀ ਹੈ। ਅੱਗੇ ਬਚਾਉਣਾ ਸਾਨੂੰ ਤੂੰ ਆ, ਅੱਗੇ ਨਵਾਉਣਾ ਸਾਨੂੰ ਤੂੰ ਆ। ਘੱਟ ਹੀ ਤੀਰਥ ਨਹਾਵਾਂ, ਰੋਜ਼ ਇਸ਼ਨਾਨ ਤੂੰ ਕਰਵਾਉਣਾ। ਬਾਣੀ ਤੈਂ ਪੜਾਉਣੀ ਆ, ਚੰਗਾ ਤੈਂ ਕਰਾਉਣਾਗਾ, ਤੇ ਬਸ ਸਭ ਕੁਝ ਤੇਰੇ ਹੱਥ ਵਿੱਚ ਹੈ। ਜੀ ਜੰਤ ਸਭ ਸ਼ਰਨ ਤੁਮਾਰੀ, ਸਰਬ ਚਿੰਤੁਤ ਪਾਸੇ, ਜੋ ਤੁਧ ਭਾਵੈ ਸੋਈ ਚੰਗਾ, ਇੱਕ ਨਾਨਕ ਕੀ ਅਰਦਾਸੇ। ਪਹਿਲੀ ਪੌੜੀ ਪੰਕਤੀ ਕੀ ਸੀਗੀ? ਮਨ ਮੰਦਰ ਤਨ ਵੇਸ ਕਲੰਦਰ। ਮਨ ਮੰਦਰ ਬਣਾਈਏ, ਤਨ ਨੂੰ ਨਹਾਉਣ ਵਾਲਾ ਇੱਕ ਸਾਧਨ ਬਣਾਈਏ। ਮਨ ਮੰਦਰ ਤਨ ਵੇਸ ਕਲੰਦਰ, ਤਨ ਸਾਰਾ ਸਰੀਰ, ਵੇਸ ਕਲੰਦਰ, ਵੇਸ ਲਿਬਾਸ ਕਲੰਦਰ, ਰਮਤਾ ਸਾਧੂ। ਆਪਣੇ ਤਨ ਨੂੰ ਰਮ ਤੇ ਸਾਧੂ ਵਰਗਾ ਬਣਾ ਲਈਏ। ਘਟ ਹੀ ਤੀਰਥ ਨਹਾਵਾਂ, ਏਕ ਸ਼ਬਦ ਮੇਰਾ ਪ੍ਰਾਣ ਵਸਤ ਹੈ। ਬਹੁੜ ਫਿਰ ਮੈਂ ਜਨਮ ਨਾ ਆਵਾਂ, ਫਿਰ ਮੈਂ ਦੁਬਾਰਾ ਕਿਸੇ ਜੰਮਣ ਮਰਨ ਦੇ ਗੇੜ ਵਿੱਚ ਨਹੀਂ ਪਵਾਂਗਾ। ਭੁੱਲਾਂ ਦੀ ਖਿਮਾ, ਬੋਲਦਿਆਂ ਤੋਂ ਵਿਚਾਰ ਕਰਦਿਆਂ ਤੋਂ ਬਣੀਆਂ ਉਣਤਾਈਆਂ ਰਹਿ ਜਾਂਦੀਆਂ ਨੇ। ਸੰਗਤ ਬਖਸ਼ਣਯੋਗ ਹੈ। ਸਭ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ